ਸੁਤ ਦਾ ਰਾਤ ਨੂੰ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ, ਗੁਰ ਰਾਮਦਾਸ ਰਾਖੋ ਸਰਣਾਈ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਬਸੰਤ ਸਵਰਗ ਲੋਕਹਿ ਜਿਤਤੇ, ਪ੍ਰਿਥਵੀ ਨਵ ਖੰਡਨ ਬਿਸਰੰਤ ਹਰ ਗੋਪਾਲਹਿ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਬਸੰਤ ਸਵਰਗ ਲੋਕਹਿ ਜਿਤਤੇ, ਪ੍ਰਿਥਵੀ ਨਵ ਖੰਡਨ ਬਿਸਰੰਤ ਹਰ ਗੋਪਾਲਹਿ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਕੌਤਕ ਕੋਟ ਤਮਾਸਿਆ, ਚਿਤ ਨ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਓ। ਕੌਤਕ ਕੋੜ ਤਮਾਸਿਆ, ਚਿਤ ਨ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਓ। ਪੌੜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ, ਹੈ ਵੀ ਸਚ। ਨਾਨਕ ਹੋਸੀ ਵੀ ਸਚ। ਦੀਨ ਦੁਨੀਆ ਦਰਕ ਮੰਦੇ, ਆਪਰੀ ਰੁਖਸਾਰ ਮਾਂ। ਹਰ ਦੋ ਆਲਮ ਕੀਮਤੇ, ਜਗ ਧਾਰ ਮੁਏ ਯਾਰ ਮਾਂ। ਗੋਬਿੰਦੇ ਮੁਕੰਦੇ, ਉਦਾਰੇ ਅਪਾਰੇ। ਹਰਿਯੰ ਕਰਿਯੰ ਨਿਰਨਾਮੇ ਅਕਾਮੇ। ਜੋ ਬੁਲਾਵਹੁ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ।
ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਧੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ, ਪ੍ਰਿਥਵੀ ਨਵ ਖੰਡਨ ਹੈ। ਚਵਰ ਛਤਰ ਤਖਤ ਦੇ ਮਾਲਕ, ਜੁਗ ਜੁਗ ਅਟਲ ਗੁਰਤਾ ਗੱਦੀ ਦੇ ਸਿੰਘਾਸਨ ਉੱਪਰ ਸੁਭਾਏਮਾਨ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜ ਬੈਠੀ ਹੋਈ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ, ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਗੁਰੂ ਚਰਨਾਂ ਅੰਦਰ ਹਾਜ਼ਰੀ ਭਰਨ ਦਾ। ਸਾਨੂੰ ਸੰਸਾਰੀ ਜੀਵਾਂ ਨੂੰ ਇਹ ਮੌਕਾ ਪ੍ਰਾਪਤ ਹੋਇਆ ਹੈ। ਸਰਬੱਤ ਸੰਗਤ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ, ਰਸਨਾ ਕਰੋ ਪਵਿੱਤਰ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੈਤਸਰੀ ਦੀ ਪਾਵਨ ਵਾਰ ਦੇ ਅੰਦਰ ਸ਼ੁਭ ਉਪਦੇਸ਼ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਦੇ ਰੂਪ ਅੰਦਰ ਬਖਸ਼ਿਸ਼ ਕੀਤਾ ਹੈ। ਇਹ ਵਾਰ ਸਤਿਗੁਰੂ ਜੀ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਮੱਧ ਵਿੱਚ ਹੈ। 705 ਅੰਗ ਤੋਂ ਇਹ ਪਾਵਨ ਵਾਰ ਸ਼ੁਰੂ ਹੁੰਦੀ ਹੈ। ਇਸ ਪਾਵਨ ਵਾਰ ਦੇ ਅੰਦਰ ਸਤਿਗੁਰੂ ਨੇ ਕਾਹਦਾ ਜ਼ਿਕਰ ਕੀਤਾ ਹੈ? ਸੰਸਾਰ ਦੇ ਵਿੱਚ ਜੀਵ ਨੂੰ ਵੈਰਾਗ ਪ੍ਰਾਪਤ ਹੋਵੇ। ਇੱਕ ਅਸੀਂ ਸਤਿਗੁਰੂ ਦੀ ਬਾਣੀ ਸ਼ਲੋਕ ਸਹਿਸਕ੍ਰਿਤੀ ਦੇ ਪੜ੍ਹਦੇ ਹਾਂ, ਉਹਦੇ ਅੰਦਰ ਵੀ ਵੈਰਾਗ ਹੈ। ਕਿਉਂਕਿ ਜਿੰਨਾ ਚਿਰ ਤੱਕ ਇਸ ਜੀਵ ਨੂੰ ਵੈਰਾਗ ਨਹੀਂ ਪ੍ਰਾਪਤ ਹੋ ਜਾਂਦਾ, ਉਨਾ ਚਿਰ ਤੱਕ ਸੰਸਾਰ ਦਾ ਮੋਹ ਛੱਡਣਾ ਬੜਾ ਔਖਾ ਹੈ। ਮੋਹ ਦੀ ਜਿਹੜੀ ਸਮਾਪਤੀ ਹੈ, ਮੋਹ ਦਾ ਅੰਤ ਜਿਹੜਾ ਹੈ, ਉਹ ਵੈਰਾਗ ਦੇ ਧਾਰਨ ਕਰਕੇ ਹੋਵੇਗਾ। ਵੈਰਾਗ ਪ੍ਰਾਪਤ ਹੋਵੇਗਾ ਜਦੋਂ ਸੰਸਾਰ ਦੇ ਸੁੱਖਾਂ ਨੂੰ, ਵਿਸ਼ਿਆਂ ਨੂੰ ਤੁਛ ਜਾਣ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਪਰਮ ਆਨੰਦ ਦੀ ਚਾਹਨਾ ਦੇ ਵਿੱਚ, ਇੱਛਾ ਦੇ ਵਿੱਚ ਜੀਵ ਦੀ ਮਨ ਦੀ ਜਿਹੜੀ ਜਗਿਆਸਾ ਜਾਗ ਪਵੇ। ਸੰਸਾਰ ਦੇ ਇਹ ਵਿਸ਼ੇ ਭੋਗ, ਇਹ ਦੁਨੀਆਦਾਰੀ, ਇਹਨੂੰ ਮਿਥਿਆਪਣਾ ਸਮਝ ਕਰਕੇ ਫਿਰ ਪਰਮਾਤਮਾ ਦੇ ਨਾਮ ਵਾਸਤੇ ਮਨ ਦੇ ਵਿੱਚ ਪ੍ਰੇਮ ਪੈਦਾ ਹੋਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਸਾਨੂੰ ਸਾਧ ਸੰਗਤ ਜੀ ਵੈਰਾਗ, ਤਿਆਗ ਤੇ ਅਨੁਰਾਗ ਜਿਹੜਾ ਹੈ ਇਹ ਸਿਖਾਉਂਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜੀਵਨ ਪੜ੍ਹੋ ਤਾਂ ਸੱਚੇ ਪਾਤਸ਼ਾਹ ਜੀ ਦਾ ਜੀਵਨ ਸਾਧ ਸੰਗਤ ਜੀ ਤਿਆਗ ਦੀ ਮੂਰਤ ਹੈ। ਸੰਸਾਰ ਦੇ ਵਿਸ਼ੇ ਸੁੱਖਾਂ ਨੂੰ, ਇਸ ਮਾਇਆ ਦੇ ਸੰਬੰਧ ਨੂੰ ਮਹਾਰਾਜ ਨੇ ਤਿਆਗਿਆ ਹੈ ਪਹਿਲਾਂ। ਫਿਰ ਸਤਿਗੁਰੂ ਦੇ ਕੋਲ ਵੈਰਾਗ ਹੈ। ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਤੇ ਵੈਰਾਗ ਦੀ ਜਿਹੜੀ ਮੂਰਤ ਸਤਿਗੁਰੂ ਜੀ ਦਾ ਜੋ ਉਪਦੇਸ਼ ਸਾਨੂੰ ਪ੍ਰਾਪਤ ਹੁੰਦਾ ਹੈ। ਤੀਜਾ ਫਿਰ ਪਰਮਾਤਮਾ ਦੇ ਨਾਲ ਤੁਹਾਡਾ ਪ੍ਰੇਮ ਜਿਹੜਾ ਹੈ ਨਾ, ਅਨੁਰਾਗ, ਭਗਤੀ ਭਾਵ, ਪ੍ਰੇਮ ਭਾਵ, ਇਹ ਪੈਦਾ ਹੋਣਾ ਚਾਹੀਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵਾਰ-ਵਾਰ ਐਸਾ ਉਪਦੇਸ਼ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਨੇ। ਔਰ ਇਹ ਪੁਰਾਣੇ ਸਮੇਂ ਦੇ ਵਿੱਚ ਜਥੇਬੰਦੀ ਦੀ ਇਹ ਮਰਜ਼ਾਦਾ, ਇਹ ਪਰੰਪਰਾ ਸੀ ਕਿ ਜਦੋਂ ਕੋਈ ਵੀ, ਹੁਣ ਵੀ ਜਦੋਂ ਕੋਈ ਜੀਵ ਚੜ੍ਹਾਈ ਕਰੇ ਤਾਂ ਉਹਦੇ ਪਾਸ ਜਾਂ ਉਹਦੇ ਤੁਰ ਜਾਣ ਤੋਂ ਬਾਅਦ ਭੋਗ ਦੇ ਸਮੇਂ ਤੱਕ ਦੋਨੇ ਟਾਈਮ, ਸਵੇਰੇ ਔਰ ਸ਼ਾਮ, ਇੱਕ ਟਾਈਮ ਸ਼ਲੋਕ ਸਹਿਸਕ੍ਰਿਤੀ ਦੀ ਕਥਾ ਹੋਵੇ ਔਰ ਦੂਜੇ ਟਾਈਮ ਸ਼ਾਮ ਨੂੰ
ਜੋ ਇਹ ਜੈਤਸਰੀ ਦੀ ਵਾਰ ਹੈ, ਇਹਦੇ ਪਾਵਨ ਸ਼ਲੋਕ ਤੇ ਪੌੜੀਆਂ ਦੀ ਕਥਾ ਹੋਵੇ। ਕਿਉਂਕਿ ਇਸ ਬਾਣੀ ਦੇ ਵਿੱਚ ਵੈਰਾਗ ਹੈ, ਮਹਾਰਾਜ ਨੇ ਬਖਸ਼ਿਸ਼ ਕੀਤਾ ਹੋਇਆ। ਸੰਸਾਰ ਦੇ ਵਿਸ਼ੇ ਸੁੱਖਾਂ ਨੂੰ ਛੱਡ ਕਰਕੇ ਕਿਵੇਂ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਹੈ, ਇਹ ਧੰਨ ਸਤਿਗੁਰੂ ਸਾਹਿਬ ਜੀ ਇੱਕ ਸ਼ਲੋਕ ਅਤੇ ਇੱਕ ਪੌੜੀ ਦੇ ਵਿੱਚ ਇਹ ਪਾਵਨ ਬਖਸ਼ਿਸ਼ ਅੱਜ ਦੇ ਹੁਕਮਨਾਮੇ ਦੁਆਰਾ ਕਰ ਰਹੇ ਨੇ। ਸਰਬੱਤ ਸੰਗਤ ਮਨਚਿਤ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਦੇ ਉਪਦੇਸ਼ ਨੂੰ ਸਰਵਣ ਕਰੀਏ ਜੀ। ਰਸਨਾ ਕਰੋ ਪਵਿੱਤਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਭ ਖੰਡਨ ਹੈ। ਮਹਾਰਾਜ ਕਹਿੰਦੇ ਇਹ ਜੀਵ ਭਾਵੇਂ ਬਸੰਤ ਸਵਰਗ ਲੋਕ ਹੈ, ਕਿੱਥੇ ਰਹਿਣ ਲੱਗ ਪਵੇ, ਜਿਹੜਾ ਸਵਰਗ ਲੋਕ ਹੈ ਉਸ ਜਗ੍ਹਾ ਤੇ ਵੀ ਇਹਦਾ ਸਥਾਨ ਬਣ ਜਾਵੇ। ਭਾਵ ਕੌਣ ਰਹਿੰਦਾ ਹੈ ਸਵਰਗ ਲੋਕ ਵਿੱਚ? ਇੰਦਰ ਰਾਜਾ। ਮੁਸਲਮਾਨ ਧਰਮ ਨੂੰ ਜਦੋਂ ਪੜ੍ਹੋ ਜਾਂ ਹਿੰਦੂ ਧਰਮ ਨੂੰ ਪੜ੍ਹੋ, ਹਿੰਦੂ ਜਿਹੜੇ ਹਨ ਉਹ ਸਵਰਗ ਨੂੰ ਮੰਨਦੇ ਹਨ ਕਿ ਜਦੋਂ ਇਸ ਜੀਵ ਨੇ ਬਹੁਤ ਜ਼ਿਆਦਾ ਪੁੰਨ ਕੀਤੇ ਹੋਵਣ, ਸ਼ੁਭ ਕਰਮ ਕੀਤੇ ਹੋਵਣ ਅਤੇ ਆਪਣੇ ਇਸ਼ਟ ਦੇਵ ਦੀ ਉਪਾਸਨਾ ਕੀਤੀ ਹੋਵੇ, ਉਹਨੂੰ ਕਾਹਦੀ ਪ੍ਰਾਪਤੀ ਹੁੰਦੀ? ਸਵਰਗ ਲੋਕ ਦੀ ਪ੍ਰਾਪਤੀ ਹੋ ਜਾਂਦੀ ਹੈ। ਤੁਸੀਂ ਆਮ ਹੀ ਇਹ ਸ਼ਬਦ ਸੁਣਦੇ ਹੋ, ਸਵਰਗ ਸ਼ਬਦ। ਮੁਸਲਮਾਨਾਂ ਦੇ ਵਿੱਚ ਇਸੇ ਸ਼ਬਦ ਨੂੰ ਜਿਹੜਾ ਹੈ ਵਹਿਸ਼ਤ ਕਰਕੇ ਸ਼ਬਦ ਜਿਹੜਾ ਹੈ ਇਹ ਵਰਤਿਆ ਜਾਂਦਾ। ਹਿੰਦੂ ਜਿਹੜੇ ਹਨ ਉਹ ਨਰਕ ਸ਼ਬਦ ਵਰਤਦੇ ਹਨ ਤੇ ਮੁਸਲਮਾਨ ਜਿਹੜੇ ਹਨ ਦੋਜ਼ਖ ਸ਼ਬਦ ਕਰਕੇ ਵਰਤਦੇ ਨੇ। ਔਰ ਦੋਨਾਂ ਪਾਸੇ ਇੱਕੋ ਹੀ ਵਿਚਾਰ ਹੈ ਕਿ ਜਿਹੜਾ ਪੱਕਾ ਮੁਸਲਮਾਨ ਹੈ ਉਸ ਨੂੰ ਵਹਿਸ਼ਤਾਂ ਦੇ ਵਿੱਚ ਉਹਦਾ ਨਿਵਾਸ ਹੋਵੇਗਾ ਇੱਕ ਦਿਨ, ਜਿੱਦਣ ਕਿਆਮਤ ਵਾਲਾ ਦਿਨ ਕਹਿੰਦੇ ਆਉਣਾ, ਜਿੱਦਣ ਉਸ ਦਿਨ ਕਬਰਾਂ ਵਿੱਚੋਂ ਮੁਰਦੇ ਉੱਠ ਕਰਕੇ ਸਾਰੇ ਜਿਹੜੇ ਮੁਸਲਮਾਨ ਉਹ ਚਲੇ ਜਾਵਣਗੇ ਵਹਿਸ਼ਤਾਂ ਨੂੰ। ਇਹ ਉਹਨਾਂ ਦੀ ਵਿਚਾਰ ਹੈ, ਤੁਸੀਂ ਆਮ ਸੁਣਿਆ ਹੋਏਗਾ ਕਈ ਵਾਰੀ। ਇਧਰ ਹਿੰਦੂ ਕਹਿੰਦੇ ਹਨ ਕਿ ਸਵਰਗ ਦੇ ਵਿੱਚ ਜੀਵ ਚਲਾ ਜਾਂਦਾ ਹੈ, ਭਾਵ ਕਿ ਉੱਥੇ ਬੜੇ ਅਥਾਹ ਸੁੱਖ ਹਨ, ਉੱਥੇ ਕੋਈ ਸੁੱਖਾਂ ਦੀ ਕਮੀ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਬਾਣੀ ਪੜ੍ਹਦੇ ਤੇ ਮਹਾਰਾਜ ਕਹਿੰਦੇ ਗੁਰਸਿੱਖ ਤੂੰ ਸਵਰਗ ਨਰਕ ਤੋਂ ਵੀ ਉੱਪਰ ਉੱਠ ਜਾ। ਨਰਕ ਉਹਨਾਂ ਜੀਵਾਂ ਵਾਸਤੇ ਜਿਹੜੇ ਪਾਪਾਂ ਨੂੰ ਕਰਦੇ ਹਨ, ਉਹਨਾਂ ਨੂੰ ਤੇ ਭੋਗਣੇ ਪੈਣਗੇ, ਇਹਦੇ ਵਿੱਚ ਤਾਂ ਕੋਈ ਦੋ ਚਿੱਤੀ ਹੈ ਹੀ ਨਹੀਂ ਹੈ। ਸਵਰਗ ਕਹਿੰਦੇ ਜਿਹੜਾ ਪੁੰਨੀ ਹੈ ਉਹਦੇ ਵਾਸਤੇ ਹੈ। ਪਰ ਕਹਿਣ ਲੱਗੇ ਕਬੀਰ ਕਹਿੰਦੇ ਨੇ ਸਵਰਗ ਨਰਕ ਤੇ ਮੈਂ ਰਹਾ, ਮੈਂ ਇਹਨਾਂ ਦੋਵਾਂ ਤੋਂ ਦੂਰ ਲੰਘ ਗਿਆ ਹਾਂ। ਪਰਮੇਸ਼ਰ ਦਾ ਪਿਆਰਾ ਸਵਰਗ ਵਿੱਚ ਨਹੀਂ ਬਲਕਿ ਸੱਚਖੰਡ ਦੇ ਵਿੱਚ, ਉਹਦਾ ਨਿਵਾਸ ਪਰਮੇਸ਼ਰ ਦੇ ਘਰ ਵਿੱਚ ਹੁੰਦਾ ਜਿੱਥੇ ਸਾਧ ਸੰਗਤ ਜੀ ਨਾ ਦੁੱਖ ਹੈ ਨਾ ਕੋਈ ਸੁੱਖ ਹੈ, ਉੱਥੇ ਆਨੰਦ ਹੀ ਆਨੰਦ ਹੈ। ਉਸ ਪਦਵੀ ਦਾ ਨਾ ਤਾਂ ਕੋਈ ਉੱਥੇ ਖੁਸ਼ੀ ਹੈ ਵੀ ਇਹ ਮੈਨੂੰ ਸਵਰਗ ਦੀ ਹੁਣ ਇੱਥੋਂ ਦਾ ਮੈਂ ਰਹਿਣ ਲੱਗ ਪਿਆ, ਇਹਦੇ ਸੁੱਖ ਮਿਲੇ, ਇਹ ਖੁਸ਼ੀ ਵੀ ਨਹੀਂ, ਤੇ ਨਾ ਉੱਥੋਂ ਦੀ ਚਿੰਤਾ ਵੀ ਮੈਂ ਇੱਥੋਂ ਮੇਰੇ ਜਦੋਂ ਪੁੰਨ ਖਤਮ ਹੋ ਗਏ ਫਿਰ ਮੈਂ ਧਰਤੀ ਤੇ ਡਿੱਗ ਪਵਾਂਗਾ, ਫਿਰ ਮੈਨੂੰ ਦੁੱਖ ਸੁੱਖ ਭੋਗਣੇ ਪੈਣਗੇ। ਪਰਮੇਸ਼ਰ ਦੇ ਪਿਆਰੇ ਨਾਮ ਜਪਣ ਕਰਕੇ ਸਾਧ ਸੰਗਤ ਜੀ ਬੰਦਗੀ ਕਰਕੇ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਜਾਂਦੇ, ਉਹਨਾਂ ਨੂੰ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ। ਔਰ ਸੱਚ ਤਾਂ ਇਹ ਹੈ ਉਹ ਜਿਉਂਦੇ ਜੀ ਹੀ ਮੁਕਤ ਹੋ ਕਰਕੇ ਸੱਚਖੰਡ ਦੇ ਦੇਸ਼ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ। ਏਡੀ ਵੱਡੀ ਅਵਸਥਾ ਉਹਨਾਂ ਦੇ ਪਰਮੇਸ਼ਰ ਦੇ ਪਿਆਰਿਆਂ ਦੀ ਹੋ ਜਾਂਦੀ, ਜਿਹੜੇ ਭਗਤੀ ਕਰਨ ਵਾਲੇ, ਜਿਹੜੇ ਪੁੰਨ ਕਰਨ ਵਾਲੇ ਨੇ, ਕੇਵਲ ਨਾਮ ਨਹੀਂ ਜਪਦੇ, ਜਿਨ੍ਹਾਂ ਕੋਲ ਆਤਮ ਸੁੱਖ ਨਹੀਂ ਹੈ, ਉਹ ਤਾਂ ਸਵਰਗ ਵਿੱਚ ਜਾਣਗੇ ਔਰ ਫਿਰ ਦੁਬਾਰਾ ਆਉਣਾ ਜਾਣਾ ਹੀ ਪਏਗਾ। ਸੋ ਇਹ ਗੁਰਬਾਣੀ ਦਾ ਸਿਧਾਂਤ ਹੈ ਕਿ ਗੁਰਬਾਣੀ ਜਿਹੜੀ ਹੈ ਸਵਰਗ ਤੇ ਨਰਕ ਨੂੰ ਮੰਨਦੀ ਜ਼ਰੂਰ ਹੈ, ਪਰ ਇਹਦੀ ਜਿਹੜੀ ਪਹੁੰਚ ਹੈ, ਭਾਵ ਸਿੱਖ ਦੀ ਮੰਜ਼ਿਲ ਕਿੱਥੇ ਹੈ, ਉਹ ਹੈ ਸੱਚਖੰਡ ਦੀ। ਸਵਰਗ ਜਿਹੜੀ ਹੈ, ਸਵਰਗ ਜਿਹੜਾ ਹੈ ਜਾਂ ਵਹਿਸ਼ਤ ਜਿਹੜੀ ਹੈ, ਇਹ ਸਿੱਖ ਦੀ ਮੰਜ਼ਿਲ ਨਹੀਂ ਹੈ, ਇਸ ਤੋਂ ਵੀ ਉੱਪਰ ਦੀ ਅਵਸਥਾ ਹੈ ਕਿ ਉਸ ਸੱਚਖੰਡ ਦੇ ਵਿੱਚ, ਉਸ ਲੋਕ ਦੇ ਵਿੱਚ ਚਲੇ ਜਾਣਾ ਜਿੱਥੇ ਪਰਮਾਤਮਾ ਨਾਲ ਇੱਕਮਿਕਤਾ ਹੋ ਜਾਂਦੀ ਹੈ, ਜਿੱਥੇ ਪਰਮਾਤਮਾ ਦੇ ਪਿਆਰੇ ਵਿੱਚ, ਉਸ ਵਾਹਿਗੁਰੂ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ।
ਤੇ ਜਦੋਂ ਇੱਥੇ ਕੋਈ ਜੀਵ ਪਹੁੰਚਦਾ ਹੈ ਫਿਰ ਹੀ ਉਹਦੀ ਮੁਕਤੀ, ਫਿਰ ਜੰਮਣ ਮਰਨ ਤੋਂ ਰਹਿਤ ਹੈ। ਮਹਾਰਾਜ ਇਸ ਪਾਵਨ ਬਾਣੀ ਦੇ ਵਿੱਚ ਉਪਦੇਸ਼ ਕਰਦੇ ਹੈ, ਜੀਵ ਜੇਕਰ ਤੇਰੇ ਕੋਲ ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਾ ਵਖੰਡਣਾ। ਕਿੱਥੇ ਤੂੰ ਰਹਿੰਦਾ ਹੋਵੇ, ਸਵਰਗਪੁਰੀ ਦੇ ਵਿੱਚ ਇੰਦਰ ਪਦਵੀ ਨੂੰ ਵੀ ਤੂੰ ਪ੍ਰਾਪਤ ਕਰ ਲਵੇਂ। ਮੰਨਿਆ ਜਾਂਦਾ ਕਿ ਜਦੋਂ ਕੋਈ ਬਹੁਤ ਵੱਡਾ ਤਪ ਕਰਦਾ ਹੈ, ਕੋਈ ਦਾਨ ਪੁੰਨ ਜਗ ਕਰਦਾ ਹੈ, ਤੇ ਉਹਨੂੰ ਇੰਦਰ ਦੀ ਪਦਵੀ ਰਾਜ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਜੀਤ ਫਿਰੇ ਸਭ ਹੀ ਦੇਸ਼ ਦਿਸਾਨ ਕੋ। ਸਾਰੇ ਹੀ ਦੇਸ਼ਾਂ ਨੂੰ, ਦੁਨੀਆ ਭਰ ਨੂੰ ਜਿੱਤ ਲਿਆ, ਏਡਾ ਵੱਡਾ ਰਾਜ ਵਿਸਥਾਰ ਕਰ ਲਿਆ, ਕੋਈ ਕਮੀ ਨਹੀਂ ਹੈ। ਬਾਜਤ ਢੋਲ ਮਿਰਦੰਗ ਨਗਾਰੇ, ਬੜੇ ਵੱਡੇ ਢੋਲ ਮਿਰਦੰਗ ਨਗਾਰੇ ਹੁਣ ਦਰਵਾਜ਼ੇ ਦੇ ਵੱਜਦੇ। ਇਹ ਰਾਜਿਆਂ ਦੇ ਦਰਵਾਜ਼ਿਆਂ ਤੇ ਬਾਹਰ ਪੁਰਾਣੇ ਸਮੇਂ ਵਿੱਚ ਆਮ ਵੱਜਦੇ ਸਨ, ਤੇ ਭੱਟ ਨਕੀਬ ਆ ਕਰਕੇ ਉਹਨਾਂ ਦੇ ਵਾਸਤੇ ਉੱਚੀਆਂ ਉੱਚੀਆਂ ਆਵਾਜ਼ਾਂ ਉਹਨਾਂ ਨੇ ਦੇਣੀਆਂ ਕਿ ਰਾਜਾ ਜੀ ਆ ਰਹੇ ਹਨ, ਬੜੀ ਉਹਨਾਂ ਦੀ ਸਿਫਤ ਵਡਿਆਈ ਕਰਨੀ। ਜੀਤ ਫਿਰੇ ਸਭ ਦੇਸ਼ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ। ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿਖ ਭਵਾਨ ਕੇ ਭੂਤ, ਕੌਣ ਗਣੇ ਨਹੀਂ ਜਾਤ ਵਿਚਾਰੇ। ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਦਾਰੇ। ਇੰਨਾ ਵੱਡਾ ਰਾਜ ਪਾ ਕੇ ਹਾਥੀ ਤੇ ਘੋੜਿਆਂ ਦੀ ਕੋਈ ਕਮੀ ਨਹੀਂ ਹੈ। ਇੰਨਾ ਰਾਜ ਵਿਸਥਾਰ ਕਰਵਾ ਲਿਆ ਕਿ ਦੁਨੀਆ ਨੂੰ ਪਤਾ ਕਿ ਹੁਣ ਵੀ ਇਹ ਰਾਜੇ ਹਨ, ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹਨਾਂ ਦਾ ਹੀ ਰਾਜ ਹੋਵੇਗਾ। ਇੰਨੇ ਚੱਕਰਵਰਤੀ ਰਾਜੇ, ਛਤਰ ਝੁਲਾ ਲਿਆ ਆਪਣੇ ਸਿਰ ਉੱਪਰ। ਪਰ ਪਰਮੇਸ਼ਰ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਧਾਰੇ। ਜੇ ਪਰਮਾਤਮਾ ਨੂੰ, ਵਾਹਿਗੁਰੂ ਸਾਹਿਬ ਜੀ ਨੂੰ ਯਾਦ ਨਹੀਂ ਕੀਤਾ, ਉਹਦਾ ਨਾਮ ਨਹੀਂ ਜਪਿਆ, ਤੇ ਅੰਤ ਕਾਲ ਨਰਕ ਨੂੰ ਚਲੇ ਜਾਵਣਗੇ। ਇੰਨਾ ਵੱਡਾ ਰਾਜ ਭਾਗ ਹੁੰਦੇ ਹੋਏ ਵੀ ਮਹਾਰਾਜ ਕਹਿੰਦੇ, ਬਸੰਤ ਸਵਰਗ ਲੋਕੈ, ਜਿਤ ਤੇ ਪ੍ਰਿਥਵੀ ਨਾ ਉਖੰਡਣੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, 14 ਇੰਦਰ ਵਿਨਾਸ਼ ਕਲ, ਬ੍ਰਹਮਾ ਦਾ ਇੱਕ ਦਿਵਸ ਕਹਾਵੇ। ਜਦੋਂ 14 ਰਾਜੇ ਇੰਦਰ ਆਪਣੀ ਗੱਦੀ ਨੂੰ, ਆਪਣੇ ਰਾਜ ਤਖਤ ਨੂੰ ਭੋਗ ਲੈਂਦੇ ਨੇ, ਤੇ ਬ੍ਰਹਮਾ ਦਾ ਇੱਕ ਦਿਨ ਵਿਦਾਂਤ ਨੇ ਜਾਂ ਵੇਦ ਨੇ ਮੰਨਿਆ ਹੋਇਆ ਹੈ। ਕਹਿੰਦੇ ਇੱਕ ਦਿਨ ਹੀ ਬ੍ਰਹਮਾ ਦਾ ਹੋਇਆ, ਏਡੀ ਲੰਬੀ ਉਸ ਦੀ ਉਮਰ ਆਰਜੂ ਮੰਨੀ ਹੋਈ ਹੈ। ਧੰਦੇ ਹੀ ਬ੍ਰਹਮਾ ਮਰੇ, ਲੋਮਸ ਦਾ ਇੱਕ ਰੋਮਸ਼ ਜਾਵੇ। ਧੰਦੇ ਕਰਦਾ ਕਰਦਾ ਹੋਇਆ ਹੀ ਬ੍ਰਹਮਾ ਮਰ ਜਾਂਦਾ, ਤੇ ਲੋਮਸ ਰਕੀ ਦਾ ਜਿਹੜਾ ਹੈ ਉਹ ਇੱਕ ਸਮਾਂ ਥੋੜ੍ਹਾ ਕਾਲ ਹੀ ਬਤੀਤ ਹੁੰਦਾ ਹੈ। ਇੰਨਾ ਸਮੇਂ ਦਾ ਵਿਸਥਾਰ ਜੀਵਾਂ ਵਾਸਤੇ, ਜਿਹੜੀ ਉਮਰ ਇੱਥੋਂ ਦੀ ਇਸ ਮਾਤ ਲੋਕ ਦੀ ਹੈ, ਇਹ ਸਾਲਾਂ ਵਿੱਚ ਗਿਣੀ ਜਾਂਦੀ ਹੈ। 14 ਇੰਦਰ ਜਿਹੜੇ ਨੇ ਉਹ ਰਾਜ ਕਰਕੇ ਚਲੇ ਜਾਣ, ਤੇ ਬ੍ਰਹਮਾ ਦਾ ਇੱਕ ਦਿਨ ਮੰਨਿਆ ਹੈ। ਪਰ ਆਖਰ ਬ੍ਰਹਮਾ ਨੂੰ ਵੀ ਇਸ ਆਪਣੇ ਰਾਜ ਭਾਗ ਨੂੰ ਛੱਡ ਕਰਕੇ ਤੁਰ ਜਾਣਾ ਪੈਂਦਾ ਹੈ। ਪਰਮਾਤਮਾ ਦੇ ਘਰ ਦੇ ਵਿੱਚ ਸਭ ਦਾ ਹੀ ਵਿਨਾਸ਼ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਸਾਹਿਬ ਹੀ ਹੈ ਜਿਹੜਾ ਮੌਤ ਤੋਂ ਰਹਿਤ ਹੈ। ਮਹਾਰਾਜ ਕਹਿੰਦੇ ਇਹਨਾਂ ਨੂੰ ਜਾਣਾ ਪਏਗਾ। ਜੇਕਰ ਵੈਰਾਗ ਨਹੀਂ ਹੈ, ਪਰਮੇਸ਼ਰ ਦਾ ਨਾਮ ਨਹੀਂ ਹੈ, ਤੇ ਅੰਤ ਹਾਲਤ ਮਾੜੀ ਹੁੰਦੀ ਹੈ। ਸਤਿਗੁਰੂ ਕਹਿੰਦੇ ਨੇ, ਇਹ ਜੀਵ ਜਿਹੜਾ ਹੈ ਘਰ ਦੇ ਵਿੱਚ ਬੈਠਾ ਹੋਇਆ, ਮਨ ਇਛਤ ਭੋਗ ਭੋਗਦਾ, ਗ੍ਰਹਿ ਸੋਇਣ ਘਰ ਦੇ ਵਿੱਚ ਸੌਂਦਾ, ਮਨ ਭਾਉਂਦੀਆਂ ਸੇਜਾਂ, ਵਿਸਥਾਰ ਸਾਰਾ ਕੁਝ ਹੈ, ਤਰ੍ਹਾਂ ਤਰ੍ਹਾਂ ਦੇ ਖਾਣੇ ਦਾਣੇ। ਪਰ ਜੇਕਰ ਨਾਮ ਨਹੀਂ ਪਰਮੇਸ਼ਰ ਦਾ, ਵਾਹਿਗੁਰੂ ਦੀ ਬੰਦਗੀ ਨਹੀਂ ਹੈ, ਤੇ ਅੰਤ ਨੂੰ ਕੀ ਹੋਵੇਗਾ? ਜਿਵੇਂ ਗੰਦਗੀ ਦਾ ਕੀੜਾ ਹੁੰਦਾ ਹੈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹਦੇ ਮਨ ਨੂੰ ਸ਼ਾਂਤੀ ਔਰ ਟਿਕਾਓ ਨਹੀਂ ਪ੍ਰਾਪਤ ਹੋਣ ਵਾਲਾ। ਜੋ ਮਰਜ਼ੀ ਸਾਧ ਸੰਗਤ ਜੀ ਦੁਨੀਆ ਦੇ ਸੁੱਖ ਹੋਵਣ, ਜੋ ਮਰਜ਼ੀ ਸਤਿਗੁਰੂ ਕਹਿੰਦੇ ਪ੍ਰਾਪਤ ਹੋ ਜਾਵੇ, ਅੰਤ ਨੂੰ ਹਾਲਤ ਬਹੁਤ ਮਾੜੀ। ਇੱਥੇ ਸਤਿਗੁਰੂ ਕਹਿ ਰਹੇ, ਬਸੰਤ ਸਵਰਗ ਲੋਕੈ, ਜਿਤ ਤੇ ਪ੍ਰਿਥਵੀ ਨਉ ਖੰਡਣੈ। ਬਿਸਰੰਤ ਹਰ ਗੋਪਾਲਹਿ, ਨਾਨਕ ਤੇ ਪ੍ਰਾਣੀ ਉਦਿਆਨ ਭਰਣੈ। ਜੇ ਪ੍ਰਮਾਤਮਾ ਦੀ ਯਾਦ ਸਾਧ ਸੰਗਤ ਜੀ ਹਿਰਦੇ ਦੇ ਵਿੱਚੋਂ ਨਿਕਲ ਗਈ, ਤਾਂ ਐਵੇਂ ਸਮਝ ਲਓ ਜਿਵੇਂ ਉਜਾੜ ਬੀਆਬਾਨ ਜੰਗਲ ਦੇ ਵਿੱਚ ਹੀ ਤੁਰਿਆ ਫਿਰਦਾ। ਉਹਦੀ ਮਹਾਰਾਜ ਕਹਿੰਦੇ ਕੋਈ ਵੀ ਉਹਦੀ
ਪਰਮੇਸ਼ਰ ਦੇ ਘਰ ਦੇ ਵਿੱਚ ਉਹਦੀ ਕੋਈ ਹਸਤੀ ਨਹੀਂ ਹੈ। ਦੁਨੀਆ ਵਿੱਚ ਭਾਵੇਂ ਉਹ ਜਿੰਨਾ ਮਰਜ਼ੀ ਬਣਿਆ ਹੋਵੇ, ਕਿਉਂਕਿ ਇਹ ਜਿਹੜਾ ਸੰਸਾਰ ਦਾ ਸੁੱਖ ਹੈ ਜਾਂ ਇਹ ਮਾਇਆ ਦਾ ਪ੍ਰਤਾਪ ਹੈ, ਆਵਤ ਸਾਥ ਨਾ ਜਾਤ ਸੰਗਾਤੀ, ਨਾ ਨਾਲ ਆਉਂਦਾ ਤੇ ਨਾਲ ਨਾ ਹੀ ਜਾਂਦਾ ਹੈ। ਇਹ ਦੁਨੀਆਦਾਰੀ ਇੱਥੋਂ ਦੀ ਇੱਥੇ ਹੀ ਰਹਿ ਜਾਂਦੀ ਹੈ। ਨਾਲ ਕੀ ਜਾਵੇਗਾ, ਕੇਵਲ ਪਰਮੇਸ਼ਰ ਦਾ ਨਾਮ। ਮਨ ਇਛਿਤ ਸਤਿਗੁਰੂ ਕਹਿੰਦੇ ਭੋਗ ਭੋਗਦਾ, ਗ੍ਰਹਿ ਸੋਇਣ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇਛੇ ਸੁਖ ਮਾਨਦਾ ਕਿਛ ਨਾਹੇ ਵਿਸੂਰੇ। ਮਨ ਭਾਉਂਦੇ ਦੁੱਧ ਚਿੱਟੀਆਂ ਚਾਦਰਾਂ ਵਿਛਾਈਆਂ ਵਿਛੀਆਂ ਹੋਈਆਂ ਗਲੀਚੇ ਵਿਛੇ ਹੋਏ। ਭਾਈ ਗੁਰਦਾਸ ਸਾਹਿਬ ਕਹਿੰਦੇ ਉੱਚੇ ਮਹਿਲ ਉਸਾਰ ਵਿਛਾਏ ਵਿਛਾਵਣੇ। ਉੱਚੇ ਉੱਚੇ ਮਹਿਲ ਬਣਾ ਕਰਕੇ ਅੰਦਰ ਬਹੁਤ ਖੂਬਸੂਰਤ ਵਿਛਾਈ ਕੀਤੀ ਹੈ। ਉੱਚੇ ਮਹਿਲ ਉਸਾਰ ਵਿਛਾਏ ਵਿਛਾਵਣੇ, ਕਾਰਗੜ ਕੋਟ ਹਜ਼ਾਰ ਰਾਜ ਕਮਾਵਣੇ, ਲਖ ਲਖ ਮਨਸਬਦਾਰ ਵਜੋਂ ਵਧਾਵਣੇ, ਵੱਡੇ ਦੁਨੀਆਦਾਰ ਨਾਮ ਧਰਾਵਣੇ। ਦੁਨੀਆ ਦੇ ਰਾਜ ਭਾਗ ਵੀ ਕਮਾਏ, ਬਹੁਤ ਵੱਡੀ ਸਲਤਨਤ ਇਕੱਠੀ ਕਰ ਲਈ ਕਿ ਮੈਂ ਰਾਜਾ ਬਣ ਗਿਆ। ਵੱਡੇ ਵੱਡੇ ਮਹਿਲ ਅਟਾਰੀਆਂ, ਕਈ ਕਿਲੇ ਹੀ ਬਣਾ ਛੱਡੇ ਨੇ, ਕੋਈ ਕਿਤੇ ਰਿਹਾਇਸ਼ ਹੈ, ਕੋਈ ਕਿਤੇ ਬਣਾਈ ਹੋਈ ਹੈ, ਬਹੁਤ ਕੁਝ ਵਿਸਥਾਰ ਹੈ। ਲੱਖਾਂ ਮਨਸਬਦਾਰ, ਅੱਗੇ ਤਨਖਾਹਾਂ ਤੇ ਕੰਮ ਕਰਨ ਵਾਲੇ ਸਿਪਾਹੀ ਬਹੁਤ ਜ਼ਿਆਦੇ, ਉਹਨਾਂ ਦੀ ਹਰੇਕ ਮਹੀਨੇ ਤਨਖਾਹ ਵਧਾ ਦਿੱਤੀ ਜਾਂਦੀ, ਕੋਈ ਮੇਰੀ ਬਗਾਵਤ ਨਾ ਕਰੇ। ਵੱਡੇ ਦੁਨੀਆਦਾਰ ਨਾਮ ਧਰਾਵਣੇ, ਤੇ ਦੁਨੀਆ ਦੇ ਵਿੱਚ ਆਪਣਾ ਨਾਮ ਵੱਡਾ ਗਿਣਾ ਲਿਆ ਕਿ ਇਹ ਬਹੁਤ ਵੱਡਾ ਰਾਜਾ ਹੈ, ਚੱਕਰਵਰਤੀ ਹੈ, ਇਹ ਸਮਰਾਟ ਹੈ। ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿੱਦਾਂ ਦੀ ਹਾਲਤ ਇਹਨਾਂ ਜੀਵਾਂ ਦੀ ਹੋਵੇ। ਆਖਰ ਇਹਨਾਂ ਨੂੰ ਕਿੰਨਾ ਕੁ ਰੱਬ ਦੇ ਘਰ ਦੇ ਵਿੱਚ ਸਤਿਕਾਰ ਮਿਲੇਗਾ, ਜਿਹੜੇ ਇਹ ਦੁਨੀਆ ਦੇ ਵਿੱਚ ਸਾਧ ਸੰਗਤ ਜੀ ਇੰਨਾ ਮਾਣ ਆਪਣਾ ਕਰਵਾਈ ਫਿਰਦੇ ਨੇ, ਰਾਜੇ ਬਣੇ ਹੋਏ ਨੇ। ਭਾਈ ਸਾਹਿਬ ਕਹਿੰਦੇ ਨੇ ਪੂਰ ਪਰੇ ਹੰਕਾਰ, ਆਵਣ ਜਾਵਣੇ ਤਿਸ ਸੱਚੇ ਦਰਬਾਰ ਖਰੇ ਡਰਾਵਣੇ। ਹੰਕਾਰ ਬਹੁਤ ਹੈ ਮਨ ਦੇ ਵਿੱਚ, ਆਉਂਦੇ ਜਾਂਦੇ ਦੁਨੀਆ ਦੇ ਵਿੱਚ ਰਹਿਣਗੇ, ਦੁੱਖ ਭੋਗਦੇ ਰਹਿਣਗੇ, ਹੰਕਾਰ ਨਾਲ ਭਰੇ ਹੋਏ ਨੇ। ਰੱਬ ਦੇ ਘਰ ਦੇ ਵਿੱਚ ਡਰਾਉਣੇ ਬਣਾ ਕਰਕੇ ਖਿਲਾਰ ਦਿੱਤੇ ਜਾਣਗੇ। ਉੱਥੇ ਕੋਈ ਇਹਨਾਂ ਦਾ ਅਦਬ ਸਤਿਕਾਰ ਨਹੀਂ ਹੋਵੇਗਾ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਨਹੀਂ ਦੇਖਿਆ ਜਾਣਾ ਕਿ ਇਹ ਦੁਨੀਆ ਵਿੱਚ ਰਾਜ ਭੋਗ ਕੇ ਆਇਆ, ਦੁਨੀਆ ਤੇ ਇਹਦਾ ਬਹੁਤ ਮਾਣ ਅਦਬ ਕਰਦੀ ਸੀ ਰਾਜਾ ਜਾਣ ਕਰਕੇ। ਇੱਥੇ ਤਾਂ ਨਾਮ ਦੇ ਨਾਲ ਹੀ ਸਾਧ ਸੰਗਤ ਜੀ ਨਾਉ ਮੰਨਿਆ ਪੱਤ ਪਾਈ ਹੈ। ਨਾਮ ਦੇ ਮੰਨਣ ਕਰਕੇ ਪੱਤ ਜਿੱਤ ਹੋਣੀ ਪਰਮੇਸ਼ਰ ਦੇ ਘਰ ਵਿੱਚ, ਉੱਥੇ ਕਿਸੇ ਨੇ ਕੋਈ ਬਾਂਹ ਨਹੀਂ ਫੜਨੀ। ਸਤਿਗੁਰੂ ਕਹਿੰਦੇ ਵੱਡੇ ਰਾਜ ਭਾਗ ਨੂੰ ਕਮਾਉਣ ਵਾਲੇ ਵੀ ਦੁਨੀਆ ਤੋਂ ਇੱਦਾਂ ਖਾਲੀ ਚਲੇ ਗਏ ਹਨ, ਜਾਣਾ ਪਏਗਾ। ਸਤਿਗੁਰੂ ਕਹਿੰਦੇ ਇਹ ਕਾਲ ਦੀ ਖੇਡ ਹੈ। ਇਹ ਸਮਾਂ ਜਿਹੜਾ ਹੈ ਆਪਣੀ ਤਬਦੀਲੀ ਦਿਨ ਬਾ ਦਿਨ ਹਰੇਕ ਸਮੇਂ ਇਹ ਬਦਲੀ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹਨਾਂ ਜੀਵਾਂ ਦੀ ਹਾਲਤ ਕੁਝ ਨਹੀਂ ਹੈ। ਨਾਮ ਜਪਣ ਵਾਲੇ ਅਸਲੀ ਸ਼ਾਹ ਹਨ, ਅਸਲੀ ਉਹ ਸਾਧ ਸੰਗਤ ਜੀ ਰਾਜੇ ਹਨ। ਉਧਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਗਰੀਬ ਨਵਾਜ਼ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਤਰਨ ਤਾਰਨ ਸਾਹਿਬ ਦੇ ਦਰਸ਼ਨ ਕਰਕੇ ਫਿਰ ਚੋਹਲਾ ਸਾਹਿਬ ਦੇ ਦਰਸ਼ਨ ਕੀਤੇ। ਇੱਥੋਂ ਫਿਰ ਮਹਾਰਾਜ ਨੇ ਮਨ ਬਣਾਇਆ ਹੁਣ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨਾਨੇ ਸਤਿਗੁਰੂ ਦੇ ਪਾਵਨ ਦਰਬਾਰ ਦੇ ਦਰਸ਼ਨ ਕਰਕੇ ਚੱਲੀਏ। ਚੋਹਲਾ ਸਾਹਿਬ ਤੋਂ ਤਕਰੀਬਨ ਕੋਈ 15-20 ਕਿਲੋਮੀਟਰ ਦਾ ਪੈਂਡਾ ਹੈ ਗੋਇੰਦਵਾਲ ਸਾਹਿਬ ਦਾ। ਰਸਤੇ ਦੇ ਵਿੱਚ ਇੱਕ ਨਗਰ ਆਉਂਦਾ ਹੈ, ਉਹਨੂੰ ਅੱਜ ਕੱਲ੍ਹ ਖਾਨ ਛਾਪੜੀ ਜਾਂ ਛਾਪੜੀ ਸਾਹਿਬ ਕਹਿ ਦਿੰਦੇ ਹਨ। ਕੋਈ ਇਸ ਵਕਤ ਕੋਈ ਇੱਥੇ ਸਮਾਂ ਸੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਕਤ, ਉਹ ਨਗਰ ਜਿਹੜਾ ਸੀ ਖਾਨਾਂ ਦਾ ਨਗਰ ਸੀ, ਪਠਾਣਾ ਦਾ। ਖਾਨ ਲੋਕ ਉੱਥੇ ਰਹਿੰਦੇ ਨੇ, ਬਹੁਤ ਵਸਦਾ ਉਹਨਾਂ ਦਾ ਨਗਰ ਹੈ, ਪੱਕੇ ਘਰ ਹਨ। ਥੋੜ੍ਹੀ ਥੋੜ੍ਹੀ ਮੀਂਹ ਵਰਖਾ ਬੂੰਦਾ ਬਾਂਦੀ ਸ਼ੁਰੂ ਹੋਈ। ਨਾਲ ਦੇ ਗੁਰਸਿੱਖ ਧੰਨ ਬਾਬਾ ਵਿਧੀ ਚੰਦ ਆਦਿਕ ਮੁਖੀ ਸਿੱਖ ਮਹਾਰਾਜ ਨੂੰ ਬੇਨਤੀ ਕਰਦੇ, ਸਤਿਗੁਰੂ ਆਪਾਂ ਜੇ ਤੁਸੀਂ ਕਿਰਪਾ ਕਰੋ ਤਾਂ ਇਸ ਨਗਰ ਦੇ ਵਿੱਚ ਰਾਤ ਕੱਟ ਲਈਏ, ਅਜੇ ਦੂਰੀ ਹੈ, ਵਰਖਾ ਹੋਣ ਨਹੀਂ ਹੈ,
ਕਿਵੇਂ ਆਪਾਂ ਪਹੁੰਚਾਂਗੇ ਮਹਾਰਾਜ ਇੱਥੇ ਰਹਿ ਲੈਂਦੇ ਹਾਂ। ਸਤਿਗੁਰੂ ਜਾਣੀ ਜਾਣ ਮਹਾਰਾਜ ਕਹਿੰਦੇ ਗੁਰਸਿੱਖਾਂ ਨੂੰ ਇਹਨਾਂ ਨੇ ਤੁਹਾਨੂੰ ਥਾਂ ਨਹੀਂ ਦੇਣੀ, ਭਾਵੇਂ ਜਿੱਡੇ ਮਰਜ਼ੀ ਅਮੀਰ ਹਨ ਇਹ, ਜਿੰਨੀ ਮਰਜ਼ੀ ਇਹਨਾਂ ਦੇ ਘਰਾਂ ਵਿੱਚ ਅਮੀਰੀ ਹੈ, ਪਰ ਇਹ ਸਾਖਤ ਲੋਕ ਹਨ, ਮਨਮੁਖ ਲੋਕ ਹਨ। ਦੁਨੀਆ ਸਾਧ ਸੰਗਤ ਜੀ ਅਮੀਰ ਤੋਂ ਅਮੀਰ ਪਈ ਹੈ, ਪਰ ਪਰਮੇਸ਼ਰ ਦੀ ਹਸਤੀ ਤੋਂ, ਰੱਬ ਦੇ ਪਿਆਰਿਆਂ ਦਾ ਕੋਈ ਅਦਬ ਸਤਿਕਾਰ ਨਹੀਂ। ਮਹਾਰਾਜ ਕਹਿੰਦੇ ਉਹ ਘਰ ਕਾਹਦਾ ਹੈ। ਕਬੀਰ ਜਿਹ ਘਰ ਸਾਧਨਾ ਸੇਵੀਐ ਹਰ ਕੀ ਸੇਵਾ ਨਾ ਹੈ, ਤੇ ਘਰ ਮਰਹਟ ਸਾਰਖੇ ਭੂਤ ਬਸਨ ਤਿਨ ਮਾਹੇ। ਜਿਸ ਘਰ ਸੰਤ ਦੀ ਜਾਂ ਪਰਮਾਤਮਾ ਦੀ ਸੇਵਾ ਭਾਵਨਾ ਨਹੀਂ ਹੈ, ਉਹ ਘਰ ਜਿਹੜੇ ਹਨ ਜਿੱਦਾਂ ਮਸਾਨ ਭੂਮੀ ਹੈ, ਮੜੀਆਂ ਵਾਲੀ ਭੂਮੀ ਦੀ ਤਰ੍ਹਾਂ, ਔਰ ਉਹਨਾਂ ਘਰਾਂ ਵਿੱਚ ਲੋਕ ਨਹੀਂ, ਬੰਦੇ ਨਹੀਂ, ਬਲਕਿ ਭੂਤ ਹੀ ਰਹਿੰਦੇ ਹਨ। ਮਹਾਰਾਜ ਨੂੰ ਕਹਿੰਦੇ ਮਹਾਰਾਜ ਅਸੀਂ ਪੁੱਛ ਕੇ ਆਉਂਦੇ, ਫਿਰ ਵੀ ਸਤਿਗੁਰੂ ਕਹਿੰਦੇ ਪੁੱਛ ਆਓ। ਭਾਈ ਬਿਧੀ ਚੰਦ ਨਗਰ ਵਿੱਚ ਗਏ, ਪੱਕੇ ਘਰ, ਜਿਹਦੇ ਘਰ ਜਾਵਣ ਮੀਂਹ ਪੈ ਰਿਹਾ, ਅੱਗਿਓਂ ਜਿਹੜੇ ਉਹ ਖਾਨ ਸੁਲਤਾਨ ਨਸ਼ੇ ਨਾਲ ਰੱਜੇ ਹੋਏ ਤੇ ਉੱਚੀ ਉੱਚੀ ਗੱਲਾਂ ਕਰਨ, ਕਿਸੇ ਦਾ ਧਿਆਨ ਨਹੀਂ ਕਿ ਇਹ ਗੁਰੂ ਕੇ ਸਿੱਖ ਆਏ ਨੇ, ਇਹਨਾਂ ਨੂੰ ਕੋਈ ਜਗ੍ਹਾ ਦੇਈਏ। ਜਿਹਦੇ ਘਰ ਜਾਵਣ ਆਖਣ ਸਾਡੇ ਕੋਲ ਤਾਂ ਪਹਿਲਾਂ ਹੀ ਜਗ੍ਹਾ ਨਹੀਂ ਹੈ, ਸਾਡੇ ਕੋਈ ਰਿਸ਼ਤੇਦਾਰ ਆਏ ਹਨ, ਵਿਚਰ ਕਰਕੇ ਤਾਂ ਵਾਪਸ ਆ ਗਏ। ਮਹਾਰਾਜ ਕਿਸੇ ਨੇ ਵੀ ਜਗ੍ਹਾ ਨਹੀਂ ਦਿੱਤੀ। ਤਾਂ ਸਤਿਗੁਰੂ ਕਹਿੰਦੇ ਆਓ, ਮੈਂ ਤੁਹਾਨੂੰ ਹੁਣ ਪਹਿਲਾਂ ਹੀ ਕਿਹਾ ਸੀ ਵੀ ਇਹਨਾਂ ਨੇ ਤੁਹਾਨੂੰ ਥਾਂ ਨਹੀਂ ਦੇਣੀ। ਨਗਰ ਤੋਂ ਦੂਜੇ ਪਾਸੇ ਮਹਾਰਾਜ ਕਹਿੰਦੇ ਆਓ, ਤੁਹਾਨੂੰ ਮੈਂ ਹੁਣ ਇੱਕ ਕਿਸੇ ਦੇ ਘਰ ਲੈ ਕੇ ਜਾਵਾਂ। ਸਤਿਗੁਰੂ ਦਾ ਇੱਕ ਸਿੱਖ ਹੋਇਆ ਹੈ, ਬਹੁਤ ਗਰੀਬ ਭਾਈ ਹੇਮਾ। ਭਾਈ ਹੇਮੇ ਦੀ ਸਾਧ ਸੰਗਤ ਕੱਖਾਂ ਦੀ ਕੁੱਲੀ ਹੈ, ਛਪਰੀ ਹੈ, ਉਹਦੇ ਵਿੱਚ ਸਤਿਗੁਰੂ ਗਏ। ਮਹਾਰਾਜ ਦਾ ਬਹੁਤ ਜ਼ਿਆਦਾ ਉਸਨੇ ਅਦਬ ਕੀਤਾ, ਸਤਿਕਾਰ ਕੀਤਾ। ਸਤਿਗੁਰੂ ਮਹਾਰਾਜ ਉਹਦੀ ਛਪਰੀ ਦੇ ਵਿੱਚ ਰਾਤ ਕੱਟੀ ਹੈ। ਜੋ ਉਹਦੇ ਕੋਲ ਸਰਦਾ ਬਣਦਾ ਸੀ, ਜੋ ਦਾਣੇ ਸਨ ਪੁੱਜੇ, ਉਹੀ ਸਤਿਗੁਰੂ ਨੂੰ ਛਕਾ ਦਿੱਤੇ। ਮਹਾਰਾਜ ਨੇ ਖੁਸ਼ੀ ਨਾਲ ਉਹ ਛਕ ਲਏ। ਤੇ ਸਤਿਗੁਰੂ ਜੀ ਨੇ ਬਚਨ ਕਹੇ ਸਨ, ਗੁਰਬਾਣੀ ਦੇ ਵਿੱਚ ਉਹ ਸ਼ਬਦ ਦਰਜ ਹੈ। ਮਹਾਰਾਜ ਕਹਿੰਦੇ ਨੇ, ਜਿੱਥੇ ਨਾਮ ਨਾ ਲਈਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਦਿਓ। ਜਿੱਥੇ ਪਰਮੇਸ਼ਰ ਦਾ ਨਾਮ ਨਹੀਂ, ਉਹ ਨਗਰ ਉਜੜ ਜਾਂਦੇ ਹਨ। ਤੇ ਸੱਚ ਹੋ ਗਏ ਉਹ ਸ਼ਬਦ। ਸਾਡੇ ਤਾਂ ਉਹ ਇਲਾਕੇ ਦੇ ਵਿੱਚ ਹੈ, ਕੋਲ ਹੈ ਸਾਡੇ ਤੋਂ ਉਹ ਨਗਰ। ਜਿੱਥੇ ਪਹਿਲਾਂ ਕਿਤੇ ਨਗਰ ਵਸਦਾ ਸੀ, ਉੱਥੇ ਉਜਾੜ ਹੈ। ਜਿੱਧਰ ਭਾਈ ਹੇਮੇ ਦੀ ਸਾਧ ਸੰਗਤ ਜੀ ਕੁੱਲੀ ਸੀ, ਉੱਧਰ ਹੁਣ ਨਵਾਂ ਪਿੰਡ ਬਣਿਆ ਹੋਇਆ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਥਲ ਸੋਇਨ ਚੁਬਾਰੇ। ਜਿੱਥੇ ਪਰਮੇਸ਼ਰ ਦਾ ਨਾਮ ਹੈ, ਉੱਥੇ ਸੋਨੇ ਦੇ ਘਰ, ਸੋਨੇ ਦੇ ਚੁਬਾਰੇ ਬਣ ਜਾਂਦੇ ਨੇ। ਤਾਂ ਅੱਜ ਉਸੇ ਤਰ੍ਹਾਂ ਹੀ ਨਜ਼ਰ ਆਉਂਦਾ, ਗੁਰੂ ਘਰ ਬਣਿਆ ਆਲੀਸ਼ਾਨ, ਸੋਨੇ ਦੇ ਕਲਸ਼ ਝੂਲ ਉੱਤੇ ਹਨ। ਮਹਾਰਾਜ ਨੇ ਸ਼ਬਦ ਕਹਿਣ ਲੱਗੇ, ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ। ਕਿੱਥੇ ਰਹਿੰਦਾ ਹੋਵੇ, ਬਸਤਾ ਟੁੱਟੀ ਝੌਂਪੜੀ, ਟੁੱਟੀ ਹੋਈ ਕੱਖਾਂ ਦੀ ਕੁੱਲੀ ਝੌਂਪੜੀ ਦੇ ਵਿੱਚ ਨਿਵਾਸ ਹੈ। ਔਰ ਤਨ ਦੇ ਪਾਏ ਹੋਏ ਕੱਪੜੇ ਵਿੱਚ ਚੀਰ ਸਭ ਛਿੰਨਾ, ਸਾਰੇ ਟਾਕੀਆਂ ਹੀ ਲੱਗੀਆਂ ਹੋਈਆਂ ਨੇ। ਥਾਂ ਥਾਂ ਤੋਂ ਤਨ ਤੇ ਪਾਇਆ ਹੋਇਆ ਬਸਤਰ ਵੀ ਪਾਟਾ ਹੈ। ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ। ਨਾ ਉਹਦੀ ਉੱਚੀ ਕੁੱਲ ਜਾਤ, ਨਾ ਕੋਈ ਉਹਦੀ ਇੱਜ਼ਤ ਕਰੇ। ਇੱਜ਼ਤ ਵੀ ਉਹਦੀ ਹੁੰਦੀ ਜਿਹਦੇ ਕੋਲ 4 ਪੈਸੇ ਹੋਣ, ਗਰੀਬ ਨੂੰ ਕੌਣ ਪੁੱਛਦਾ। ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ। ਉਜਾੜ ਬੀਆ ਬਾਣ ਜੰਗਲ ਦੇ ਵਿੱਚ ਇਕੱਲਾ ਹੀ ਤੁਰਿਆ ਫਿਰੇ, ਕੋਈ ਉਹਨੂੰ ਪੁੱਛਦਾ ਨਾ ਹੋਵੇ। ਇੱਥੋਂ ਤੱਕ ਵੀ ਨਹੀਂ। ਮਹਾਰਾਜ ਕਹਿੰਦੇ, ਉਸ ਵਿਅਕਤੀ ਦੇ ਕੋਲ ਮਿੱਤਰ ਨਾ ਧਨ, ਇਠ ਰੂਪਹੀਨ, ਕਿਸ ਸਾਕ ਨਾ ਸਿੰਨਾ। ਨਾ ਕੋਈ ਉਹਦਾ ਦੋਸਤ ਹੀ ਹੈ। ਮਿੱਤਰ ਵੀ ਉਸਦੇ ਜਿਹਦੇ ਕੋਲ ਧਨ ਹੋਵੇ। ਮਿੱਤਰ ਨਾ ਧਨ, ਨਾ ਉਹਦੇ ਕੋਲ ਪੈਸਾ, ਨਾ ਕੋਈ ਉਹਦਾ ਕੋਈ ਸੱਜਣ, ਨਾ ਕੋਈ ਰਿਸ਼ਤੇਦਾਰ, ਨਾ ਉਹਦੇ ਕੋਲ ਚੰਗਾ ਰੂਪ ਹੀ ਹੈ। ਚਿਹਰੇ ਤੋਂ ਵੀ ਕਰੂਪ ਹੋਵੇ, ਇੰਨੀ ਖੂਬਸੂਰਤੀ ਵੀ ਨਾ ਹੋਵੇ ਚਿਹਰੇ ਦੀ। ਸਾਰੇ ਹੀ ਸਰੀਰ ਦੇ ਵੀ ਦੋਸ਼ ਹੋਣ, ਸੰਸਾਰਕ ਤੌਰ 'ਤੇ, ਆਰਥਿਕ ਤੌਰ 'ਤੇ, ਹਰ ਪਾਸਿਓਂ ਮੰਦਾ ਹੀ ਹੋਵੇ, ਮੰਦਹਾਲੀ ਹੋਵੇ। ਪਰ ਸਤਿਗੁਰੂ ਕਹਿੰਦੇ, ਗੁਰਸਿੱਖੋ ਜੇਕਰ ਉਹਦੇ ਕੋਲ ਇੱਕ ਦਾਤ ਹੈ ਨਾ, ਤੇ ਉਹਨੂੰ ਮੈਂ ਸਮਝਦਾ ਉਹ ਦੁਨੀਆ ਦਾ, ਉਹ ਸਾਰੇ ਸੰਸਾਰ ਦਾ ਰਾਜਾ ਹੈ। ਗੁਰਸਿੱਖ ਪੁੱਛਦੇ, ਮਹਾਰਾਜ ਇੱਕ ਚੀਜ਼ ਦੇ ਨਾਲ ਤਾਂ ਕੋਈ ਰਾਜਾ ਨਹੀਂ ਬਣਦਾ। ਰਾਜਿਆਂ ਕੋਲ ਤੇ ਬਹੁਤ ਵੱਡਾ ਵਿਸਥਾਰ ਹੁੰਦਾ, ਕਈ ਕਿਲੇ, ਕਈ ਉਹਨਾਂ ਦੀਆਂ ਰਿਹਾਇਸ਼ਾਂ, ਕਈ ਵੱਡਾ ਪਰਿਵਾਰ, ਕਿੰਨੀ ਫੌਜ, ਕਿੰਨਾ ਧਨ, ਬਹੁਤ ਕੁਝ ਹੁੰਦਾ ਰਾਜਿਆਂ ਕੋਲ।
ਮਹਾਰਾਜ ਕਹਿੰਦੇ ਨਹੀਂ, ਉਹ ਰਾਜਾ ਹੈ ਅਸਲ ਦੇ ਵਿੱਚ। ਕੌਣ? ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਸਾਰੀ ਦੁਨੀਆ ਦਾ ਰਾਜਾ ਹੈ ਉਹ, ਸਾਰੀ ਸ੍ਰਿਸ਼ਟੀ ਦਾ, ਜੇਕਰ ਪ੍ਰਮਾਤਮਾ ਦੇ ਨਾਮ ਦੇ ਵਿੱਚ ਮਨ ਲੱਗਾ ਹੈ। ਔਰ ਰਾਜਾ ਵੀ ਇਸ ਤਰ੍ਹਾਂ ਦਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਜੇਕਰ ਪਰਮੇਸ਼ਰ ਖੁਸ਼ ਹੋ ਜਾਵੇ, ਉਹਦੀ ਚਰਨ ਧੂੜ ਦੇ ਨਾਲ ਸਾਡਾ ਵੀ ਭਲਾ ਹੋ ਜਾਵੇ, ਉਹ ਐਸਾ ਰਾਜਾ ਹੈ। ਤੇ ਜਿਹਦੇ ਕੋਲ ਰਾਜ ਭਾਗ ਹੁੰਦਿਆਂ ਹੋਇਆਂ ਵੀ ਸਭ ਕੁਝ ਕੋਲ ਹੈ, ਤੇ ਭਾਈ ਗੁਰਦਾਸ ਕਹਿੰਦੇ ਨੇ ਉਹਨੂੰ ਰੱਬ ਦੇ ਦਰ ਤੇ ਕੋਈ ਉਹਦਾ ਅਦਬ ਨਹੀਂ ਹੋਣ ਵਾਲਾ। ਉਸ ਘਰ ਦੇ ਵਿੱਚ ਉਹਦਾ ਸਤਿਕਾਰ ਬਿਲਕੁਲ ਨਹੀਂ ਹੈ। ਮਹਾਰਾਜ ਦੇ ਨਾਮ ਤੋਂ ਬਿਨਾਂ ਉਹਨੂੰ ਇੱਦਾਂ ਖਿਲਾਰ ਦਿੱਤਾ ਜਾਵੇਗਾ ਜਿਵੇਂ ਡਰਾਉਣਾ ਹੁੰਦਾ ਹੈ। ਖੇਤਾਂ ਵਿੱਚ ਅਸੀਂ ਦੇਖਦੇ ਹਾਂ, ਪੰਛੀਆਂ ਨੂੰ ਡਰਾਉਣ ਵਾਸਤੇ ਦੋ ਕੁ ਡੰਡੇ ਬੰਨ੍ਹ ਕਰਕੇ ਵਿੱਚ ਪਰਾਲੀ ਭਰ ਕੇ ਤੇ ਉੱਪਰ ਬੰਦੇ ਦਾ, ਕਿਸੇ ਵਿਅਕਤੀ ਦਾ ਹੀ ਉੱਪਰ ਉਹ ਕੱਪੜਾ ਪਾ ਦਿੰਦੇ ਨੇ, ਝੱਗਾ ਬਣਾ ਦਿੰਦੇ ਨੇ, ਕਮੀਜ਼ ਪਾ ਦਿੰਦੇ ਨੇ, ਕੁੜਤਾ ਪਾ ਦਿੰਦੇ ਵੀ ਇਹ ਹੁਣ ਡਰਾਉਂਦਾ ਰਹੇ। ਹੁਣ ਇੱਦਾਂ ਦੀ ਹਾਲਤ ਕਰਕੇ ਡਰਾਵਣੀ ਖਿਲਾਰ ਦਿੱਤਾ ਜਾਏਗਾ ਕਿ ਨਾਮ ਨਹੀਂ ਜਪਿਆ, ਕੇਵਲ ਰਾਜ ਭਾਗ ਹੀ ਕਮਾਉਂਦਾ ਰਿਹਾ। ਬਸੰਤ ਸਵਰਗ ਲੋਕ ਹੈ ਜਿੱਤੇ ਪ੍ਰਿਥਵੀ ਨਵ ਖੰਡਣੇ। ਸਵਰਗ ਲੋਕ ਇੰਦਰ ਦੀ ਪਦਵੀ ਵੀ ਪ੍ਰਾਪਤ ਕਰ ਲਵੇ, ਜਿੱਤੇ ਤੇ ਪ੍ਰਿਥਵੀ ਨਵ ਖੰਡਣੇ। 9 ਖੰਡ ਧਰਤੀ ਮੰਨੀ ਹੈ, 9 ਖੰਡ ਜਿਹਦੇ ਵਿੱਚ ਸਾਰਾ ਵਰਲਡ ਆ ਜਾਂਦਾ ਹੈ। ਜਿੱਦਾਂ ਰਾਜਾ ਸ਼ਾਹ ਸਿਕੰਦਰ ਨੇ ਰਾਜ ਕੀਤਾ, ਰਾਵਣ ਵਰਗਿਆਂ ਨੇ ਕੀਤਾ, ਫਰਾਉਨ ਵਰਗਿਆਂ ਨੇ ਕੀਤਾ, ਦਲੀਪ ਵਰਗਿਆਂ ਨੇ ਕੀਤਾ। ਕਈ ਵੱਡੇ ਰਾਜੇ ਇਸ ਦੁਨੀਆ 'ਤੇ ਹੋ ਗਏ। ਹਿਟਲਰ ਆਪਣੇ ਆਪ ਨੂੰ ਦੁਨੀਆ ਦਾ ਰਾਜਾ ਮੰਨੀ ਫਿਰਦਾ ਸੀ। ਇਹ ਜਿੱਡੇ ਵੀ ਨਪੋਲੀਅਨ ਵਰਗੇ ਹੋਏ, ਸਾਰੇ ਭਾਵੇਂ ਕੋਈ ਵੀ ਹੋਵੇ, ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਕੋਲ ਨਹੀਂ ਤੇ ਸਭ ਇਹ ਦੁਨੀਆ ਦੇ ਵਿੱਚ ਭਟਕ ਰਹੇ ਹਨ ਨਾਮ ਤੋਂ ਬਿਨਾਂ। ਨਾਮ ਜਪਣ ਵਾਲੇ ਦੇ ਹਿਰਦੇ ਦੇ ਵਿੱਚ ਆਨੰਦ ਹੈ। ਲੋਕ ਪਰਲੋਕ ਹੀ ਉਹ ਆਨੰਦ ਦੇ ਵਿੱਚ ਸਾਧ ਸੰਗਤ ਜੀ ਐਸੇ ਮਹਾਤਮਾ ਵਰਤਦੇ। ਔਰ ਇਹ ਰਾਜ ਸੁੱਖ ਭੋਗ ਕਰਕੇ ਤਾਂ ਇੰਦਰ ਵੀ ਦੁਖੀ ਹੈ, ਉਹਨੂੰ ਵੀ ਸੁੱਖ ਨਹੀਂ ਹੈ। ਕਈ ਇੰਦਰ ਆਏ ਤੇ ਕਈਆਂ ਨੂੰ ਮਹਾਰਾਜ ਕਹਿੰਦੇ ਜਾਣਾ ਪੈਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀ ਬਾਣੀ ਵਿੱਚ ਜ਼ਿਕਰ ਕਰਦੇ, ਏਕ ਸ਼ਿਵ ਭਏ ਏਕ ਗਏ ਇੱਕ ਫਿਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਇੱਕ ਸ਼ਿਵ ਜੀ ਪਰਮਾਤਮਾ ਨੇ ਪੈਦਾ ਕੀਤਾ, ਉਹ ਖਤਮ ਹੋਇਆ, ਇੱਕ ਹੋਰ ਪੈਦਾ ਹੋਇਆ, ਹੋਰ ਆਇਆ। ਅਨੇਕਾਂ ਹੀ ਅਵਤਾਰ ਨੇ, ਅਨੇਕਾਂ ਹੀ ਆਉਂਦੇ ਜਾਂਦੇ ਰਹਿੰਦੇ ਹਨ। ਇਹ ਸੰਸਾਰ ਇੱਦਾਂ ਹੀ ਚੱਲਦਾ ਰਹੇਗਾ। ਨਾਮ ਤੋਂ ਬਿਨਾਂ ਸਾਧ ਸੰਗਤ ਜੀ ਇਹ ਦੁਨੀਆ, ਇਹ ਸੰਸਾਰ ਸਤਿਗੁਰੂ ਕਹਿੰਦੇ ਖਾਲੀ ਹੈ। ਨਾਮ ਤੋਂ ਬਿਨਾਂ ਭਟਕਣਾ ਹੀ ਹੈ ਜੀਵ ਵਾਸਤੇ। ਕੌਤਕ ਕੋਡ ਤਮਾਸਿਆ ਚਿਤ ਨ ਆਵਸ ਨਾਉ। ਜੇਕਰ ਅਨੇਕਾਂ ਹੀ ਸਾਧ ਸੰਗਤ ਜੀ ਘਰ ਦੇ ਵਿੱਚ ਜਾਂ ਸਮਾਜ ਦੇ ਵਿੱਚ ਕੌਤਕ ਕੋਡ ਤਮਾਸਿਆ ਚਿਤ ਨ ਆਵਸ ਨਾਉ। ਕਰੋੜਾਂ ਕੌਤਕ ਤਮਾਸ਼ੇ, ਮਾਇਆ ਦੀਆਂ ਖੇਡਾਂ ਅਨੇਕਾਂ ਹੋਣ, ਪਰਮੇਸ਼ਰ ਦਾ ਨਾਮ ਚੇਤਾ ਹੀ ਨਾ ਆਵੇ। ਅਸੀਂ ਦੁਨੀਆ ਦੀ ਗੱਲ ਛੱਡੀਏ, ਆਪਣੇ ਪਰਿਵਾਰ ਤੇ ਆਪਣੇ ਘਰ ਦੀ ਗੱਲ ਕਰੀਏ। ਸਾਡੇ ਪਰਿਵਾਰਾਂ ਵਿੱਚ ਵੀ ਕੀ ਹੁੰਦਾ, ਕਈ ਵਾਰੀ ਅਨੇਕਾਂ ਹੀ ਸਾਧ ਸੰਗਤ ਜੀ ਕੌਤਕ ਰੰਗ ਤਮਾਸ਼ੇ ਮਾਇਆ ਦੇ ਦੇਖਣ ਨੂੰ ਮਿਲਦੇ। ਮਹਾਰਾਜ ਇਸ ਮਾਇਆਮਈ ਸੰਸਾਰ ਤੋਂ, ਇਹਨਾਂ ਰੰਗਾਂ ਤਮਾਸ਼ਿਆਂ ਤੋਂ ਬਚਾ ਕੇ ਰੱਖੇ ਸਾਨੂੰ। ਸਾਰਾ ਦਿਨ ਟੀਵੀ, ਸਾਰਾ ਦਿਨ ਉਹਦੇ 'ਤੇ ਕਈ ਕੁਝ ਨਾਟਕ ਚੇਟਕ ਚੱਲਦੇ ਰਹਿੰਦੇ, ਗੀਤ ਨਾਦ ਚੱਲਦੇ ਰਹਿੰਦੇ। ਪਰਮੇਸ਼ਰ ਦਾ ਨਾਮ ਸਾਨੂੰ ਇੱਕ ਛਿਣ ਵੀ ਚੇਤੇ ਨਹੀਂ ਆਉਂਦਾ। ਫਿਰ ਅਸੀਂ ਦੁਨੀਆਦਾਰੀ ਦੇ ਵਿੱਚ, ਇੰਨੀ ਸਾਡੀ ਦੁਨੀਆ ਦੇ ਨਾਲ ਮਿੱਥਿਆਪਣੇ ਦੇ ਨਾਲ ਮੋਹ ਹੈ ਕਿ ਵਾਹਿਗੁਰੂ ਦੇ ਨਾਮ ਨੂੰ ਭੁੱਲ ਕਰਕੇ ਇਹਨਾਂ ਦੁਨੀਆ ਦੇ ਸੰਸਾਰੀ ਰੰਗਾਂ ਤਮਾਸ਼ਿਆਂ ਦੇ ਵਿੱਚ ਖੁਸ਼ੀ ਹੋਈ ਤੇ ਬਹੁਤ ਜ਼ਿਆਦਾ ਖੁਸ਼ ਹੋ ਗਏ। ਗੀਤ ਲਾ ਕਰਕੇ ਨੱਚਣ ਭੁੜਕਣ ਲੱਗ ਪਏ। ਇਹ ਸਾਡੀ ਹਾਲਤ ਹੋ ਗਈ ਮਨੁੱਖਾਂ ਦੀ। ਤਾਂ ਮਹਾਰਾਜ ਕਹਿੰਦੇ ਕਰੋੜਾਂ ਹੀ ਰੰਗ ਤਮਾਸ਼ੇ ਹੋਵਣ, ਪਰਮੇਸ਼ਰ ਦਾ ਨਾਮ ਵਾਹਿਗੁਰੂ ਸਾਹਿਬ ਜੀ ਦਾ ਇਸ ਜੀਵ ਨੂੰ ਜਦੋਂ ਭੁੱਲ ਜਾਵੇ। ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਓ। ਤੇ ਉਹ ਜਗ੍ਹਾ ਕੈਸੀ ਹੈ, ਨਾਨਕ ਕੋੜੀ ਨਰਕ ਬਰਾਬਰੇ। ਸਾਧ ਸੰਗਤ ਜੀ ਉਸ ਘਰ ਦੇ ਵਿੱਚ ਰਹਿਣ ਵਾਲੇ ਲੋਕ ਕੋੜਿਆਂ ਦੇ ਬਰਾਬਰ ਹਨ। ਇਹ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਹਨ। ਤੇ ਉਹ ਘਰ ਨਰਕ ਵਰਗੀ ਹੈ, ਉਹ ਜਗ੍ਹਾ, ਉਹ ਥਾਂ ਵੀ ਨਰਕ ਵਰਗਾ ਹੈ।
ਉੱਜੜ ਸੋਈ ਥਾਂ ਉਹ ਜਗ੍ਹਾ ਉਹ ਸਥਾਨ ਉੱਜੜ ਜਾਵੇ ਜਿੱਥੇ ਇਦਾਂ ਦੇ ਲੋਕ ਰਹਿੰਦੇ। ਮਹਾਰਾਜ ਨੇ ਐਸੇ ਸ਼ਬਦ, ਸਖਤ ਸ਼ਬਦ ਕਹਿ ਦਿੱਤੇ। ਗੁਰਬਾਣੀ ਸਾਧ ਸੰਗਤ ਜੀ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਕਿਉਂਕਿ ਸੱਚ ਸਰੂਪ ਹੈ, ਸ਼ੀਸ਼ੇ ਦੀ ਤਰ੍ਹਾਂ ਹੈ। ਸਾਡੀ ਹਾਲਤ ਕਿੱਦਾਂ ਦੀ ਇਹ ਸਭ ਕੁਝ ਸਾਹਮਣੇ ਹੈ। ਮਹਾਰਾਜ ਕਹਿੰਦੇ ਨੇ, ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਿਸੂਰੇ, ਸੋ ਪ੍ਰਭ ਚੇਤਨਾ ਆਵੀ ਵਿਸ਼ਟਾ ਕੇ ਕੀਵੇ। ਜੇਕਰ ਪਰਮਾਤਮਾ ਚੇਤੇ ਨਹੀਂ ਆਉਂਦਾ ਤੇ ਹਰੇਕ ਤਰ੍ਹਾਂ ਦਾ ਸੁੱਖ ਹੈ। ਸੋਹਣੀਆਂ ਸੋਹਣੀਆਂ ਸੇਜਾਂ ਨੇ ਘਰ ਦੇ ਵਿੱਚ, ਮਨ ਭਾਉਂਦੇ ਮਨ ਇਸ਼ਤ ਸੁੱਖ ਭੋਗਦਾ ਹੈ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇ ਵਿਸ਼ਟਾ ਦਾ ਗੰਦਗੀ ਦੇ ਕੀੜੇ ਬਰਾਬਰ। ਸੋ ਪ੍ਰਭ ਚੇਤਨ ਆਵੀ, ਵਾਹਿਗੁਰੂ ਚੇਤੇ ਨਹੀਂ ਆਉਂਦਾ, ਮਨ ਦੇ ਵਿੱਚ ਉਹਦਾ ਖਿਆਲ ਹੀ ਨਹੀਂ ਆਉਂਦਾ ਕਿ ਵਾਹਿਗੁਰੂ ਨੇ ਕਿੱਡੀ ਵੱਡੀ ਕਿਰਪਾ ਮੇਰੇ ਤੇ ਕੀਤੀ ਹੈ, ਜਿਸ ਪਰਮੇਸ਼ਰ ਨੇ ਜੀਓ ਪਾਏ ਪਿੰਡ ਸਾਜਿਆ ਦਿੱਤਾ ਪਹਿਨਣ ਖਾਣ। ਇਹ ਜੀਵ ਆਤਮਾ ਪੈਦਾ ਕੀਤੀ, ਸਰੀਰ ਏਡਾ ਸੋਹਣਾ ਘਾੜਤ ਘੜੀ ਹੈ, ਖਾਣ ਪਹਿਨਣ ਵਾਸਤੇ ਭੋਜਨ ਪਦਾਰਥ ਅਨੇਕਾਂ ਦਿੱਤੇ ਨੇ, ਕੀ ਕੋਈ ਕਮੀ ਛੱਡੀ ਮੇਰੇ ਵਾਸਤੇ? ਫਿਰ ਵੀ ਵਾਹਿਗੁਰੂ ਦਾ ਨਾਮ ਚੇਤੇ ਨਾ ਆਵੇ। ਮਹਾਰਾਜ ਕਹਿੰਦੇ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅੰਨ ਭੁਗਾਣੀ, ਜਿਨ ਦੀਏ ਸੋ ਚੇਤਨ ਆਵੇ ਬਸ ਹਉ ਕਰ ਜਾਣੀ। ਪਹਿਨਣ ਵਾਸਤੇ ਤੈਨੂੰ ਕੱਪੜੇ ਸੋਹਣੇ ਦਿੱਤੇ ਆ, ਫਿਰ ਤੈਨੂੰ ਖਾਣ ਵਾਸਤੇ ਅਨੇਕਾਂ ਪ੍ਰਕਾਰ ਦੇ ਭੋਜਨ ਦਿੱਤੇ। ਕਿਹਦੇ ਵਾਸਤੇ? ਤੇਰੇ ਵਾਸਤੇ ਹੀ ਹੈ। ਜਿੰਨਾ ਦੁਨੀਆ ਦਾ ਆ ਖਾਦ ਪਦਾਰਥ ਹੈ ਸਭ ਮਨੁੱਖ ਵਾਸਤੇ ਹੀ ਹੈ। ਦਰਖਤਾਂ ਨੂੰ ਫਲ ਲੱਗਦੇ ਕਾਹਦੇ ਵਾਸਤੇ ਨੇ? ਇਹ ਜੀਵ ਵਾਸਤੇ ਕਿ ਮਨੁੱਖ ਖਾਵੇ। ਕਦੀ ਦਰਖਤਾਂ ਨੂੰ ਆਪਣੇ ਫਲ ਆਪ ਖਾਂਦੇ ਦੇਖਿਆ? ਨਹੀਂ ਖਾਂਦੇ। ਕਾਹਦੇ ਵਾਸਤੇ? ਪਰਉਪਕਾਰ ਦੇ, ਮਨੁੱਖ ਜਾਤੀ ਵਾਸਤੇ। ਗਾਵਾਂ ਮੱਝਾਂ ਦੁੱਧ ਦਿੰਦੀਆਂ ਕਾਹਦੇ ਵਾਸਤੇ? ਮਨੁੱਖ ਦੇ ਜੀਵਨ ਵਾਸਤੇ। ਸਾਰੀ ਮਹਾਰਾਜ ਕਹਿੰਦੇ ਕੁੱਲ ਕਾਇਨਾਤ ਹੀ ਹੈ ਜੀਵ ਹੈ ਬੰਦੇ ਤੇਰੇ ਵਾਸਤੇ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਬਾਕੀ ਸਭ ਜੂਨੀਆਂ ਤੇਰੀਆਂ ਦਾਸੀਆਂ, ਤੈਨੂੰ ਇੱਥੋਂ ਦਾ ਸਰਦਾਰ ਬਣਾ ਕੇ ਘੱਲਿਆ ਹੈ। ਪਰਮੇਸ਼ਰ ਤੈਨੂੰ ਚੇਤੇ ਨਹੀਂ ਆਉਂਦਾ, ਫਿਰ ਆਪਣੇ ਆਪ ਨੂੰ ਗੰਦਗੀ ਦੇ ਕੀੜੇ ਸਮਾਨ ਸਮਝੇ। ਇਸ ਤੋਂ ਵੱਧ ਤੇਰੀ ਕੋਈ ਹਸਤੀ ਨਹੀਂ ਹੈ। ਮਹਾਰਾਜ ਕਹਿੰਦੇ, ਜਿਸ ਘਰ ਵਿੱਚ ਪਰਮਾਤਮਾ ਦਾ ਨਾਮ ਨਹੀਂ ਹੈ, ਵਾਹਿਗੁਰੂ ਦੀ ਬੰਦਗੀ ਨਹੀਂ ਹੈ, ਉਹ ਸਾਧ ਸੰਗਤ ਜੀ ਘਰ ਕੈਸੇ ਹਨ? ਮਹਾਰਾਜ ਕਹਿੰਦੇ, ਜਿੱਦਾਂ ਨਾਨਕ ਕੋੜੀ ਨਰਕ ਬਰਾਬਰ ਹੈ ਉੱਜੜ ਸੋਈ ਥਾਂ। ਜਿਵੇਂ ਕੋੜਖਾਨਾ ਹੋਵੇ ਇੱਦਾਂ ਦੀ ਜਗ੍ਹਾ ਹੈ, ਉਹ ਜਗ੍ਹਾ ਉਜਾੜ ਹੈ, ਉੱਜੜ ਜਾਵੇ। ਔਰ ਦੂਸਰੇ ਮਹਾਰਾਜ ਸੱਚੇ ਪਾਤਸ਼ਾਹ ਸ਼ਬਦਾਂ ਦੇ ਵਿੱਚ ਜ਼ਿਕਰ ਕਰਦੇ ਕਿ ਘਰ ਜਿਹੜਾ ਹੈ ਉਹ ਵਸਦਾ ਘਰ ਕਿਹੜਾ ਹੈ। ਫਿਰ ਸਵਾਲ ਇਹ ਵੀ ਪੈਦਾ ਹੁੰਦਾ ਨਾ ਕਿ ਜੇ ਜਿੱਥੇ ਨਾਮ ਨਹੀਂ ਹੈ, ਜਿੱਥੇ ਪਰਮਾਤਮਾ ਦਾ ਚੇਤਾ ਨਹੀਂ, ਉੱਥੇ ਇੱਦਾਂ ਦੀ ਅਵਸਥਾ। ਸਤਿਗੁਰੂ ਕਹਿੰਦੇ, ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈਏ ਵਸਾਇਆ, ਸੁਖ ਸਾਗਰ ਗੁਰ ਪਾਇਆ। ਜਿਸ ਘਰ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਗੁਰਸਿੱਖੀ ਦੀ ਦਾਤ ਹੈ ਨਾ, ਉਹ ਘਰ ਸਾਧ ਸੰਗਤ ਜੀ ਵਸਦੇ ਘਰ ਹਨ। ਉੱਥੇ ਤਾਂ ਸੁੱਖਾਂ ਦੇ ਸਾਗਰ, ਸੁੱਖ ਸਮੁੰਦਰ ਸਤਿਗੁਰੂ ਦੀ ਜਿੱਥੇ ਪ੍ਰਾਪਤੀ, ਜਿੱਥੇ ਪਰਮੇਸ਼ਰ ਦਾ ਨਾਮ ਹੈ, ਉਹ ਘਰ ਵਸਦੇ ਪਏ ਹਨ, ਉਹ ਘਰ ਸੁੱਖਾਂ ਨਾਲ ਭਰੇ ਹੋਏ। ਮਹਾਰਾਜ ਕਹਿੰਦੇ, ਉਹ ਜਗ੍ਹਾ ਉਜਾੜ ਦੀ ਤਰ੍ਹਾਂ ਜਿੱਥੇ ਨਾਮ ਨਹੀਂ ਹੈ ਪਰਮੇਸ਼ਰ ਦਾ ਜੀ। ਪੌੜੀ ਦਾ ਉਚਾਰਨ ਸਤਿਗੁਰੂ ਕਰ ਰਹੇ ਹਨ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਸੰਸਾਰ ਕੀ ਹੈ? ਮਹਾ ਭਿਆਨ। ਦੁਨੀਆ ਇੱਕ ਸਾਧ ਸੰਗਤ ਜੀ ਵੱਡਾ ਮਹਾ ਭਿਆਨਕ, ਇਹ ਦੁਨੀਆਦਾਰੀ ਭਿਆਨਕ ਹੈ, ਡਰਾਵਨੀ ਹੈ। ਉਦਿਆਨ ਉਜਾੜ ਬੀਆਬਾਨ ਦੀ ਤਰ੍ਹਾਂ ਹੈ। ਪੁਰਾਣੇ ਜਿਹੜੇ ਸਾਧੂ ਸੰਤ ਹੁੰਦੇ ਸੀ, ਉਹ ਘਰ ਕਿਉਂ ਛੱਡਦੇ ਸਨ? ਜੰਗਲ ਵਿੱਚ ਚਲੇ ਜਾਣਾ, ਉਜਾੜ ਜਗ੍ਹਾ 'ਤੇ ਚਲੇ ਜਾਣਾ ਕਿਉਂ ਕਹਿੰਦੇ ਸਨ? ਕਹਿੰਦੇ, ਜਿੱਦਾਂ ਦਾ ਇਹ ਜੰਗਲ ਹੈ ਨਾ, ਉਜਾੜ ਹੈ, ਇਹ ਦੁਨੀਆ ਜਿਹੜੀ ਅੱਖਾਂ ਨਾਲ ਖੂਬਸੂਰਤ ਨਜ਼ਰ ਆਉਂਦੀ, ਇਹਦੇ ਵਰਗੀ ਉਜਾੜ ਹੀ ਹੈ। ਅਸੀਂ ਤਾਂ ਉਜਾੜ ਵਿੱਚ ਰਹਿੰਦੇ ਹਾਂ। ਪਰ ਸਤਿਗੁਰੂ ਨੇ ਸਾਨੂੰ ਸਮਝਾਇਆ ਕਿ ਗੁਰੂ ਕੇ ਸਿੱਖ ਘਰ ਦੇ ਵਿੱਚ ਰਹਿੰਦਾ ਹੋਇਆ ਹੀ ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਮੇਰੇ ਬਣਾ ਇੱਦਾਂ ਦਾ ਉਦਾਸ ਧਾਰਨ ਕਰ, ਇੱਦਾਂ ਦਾ ਉਦਾਸੀ ਬਣ, ਘਰ ਛੱਡ ਕੇ ਜੰਗਲ ਬੀਆਬਾਨ ਜਾਣ ਦੀ ਲੋੜ ਨਹੀਂ ਹੈ। ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ।
ਜਿੱਦਾਂ ਦਾ ਜੰਗਲ ਹੈ ਨਾ ਬਨ ਸੇ ਸਦਨ, ਉਦਾਂ ਦਾ ਹੀ ਘਰ ਸਮਝ ਲੈ। ਘਰ ਦੇ ਵਿੱਚ ਰਹਿੰਦਾ ਹੋਇਆ ਪ੍ਰਵਿਰਤੀ ਦੇ ਵਿੱਚ ਹੀ ਨਿਰਵਿਰਤੀ ਹਾਸਲ ਕਰ, ਨਿਰਲੇਪ ਹੋ ਜਾ ਸੰਸਾਰ ਦੇ ਵਿਸ਼ੇ ਭੋਗਾਂ ਤੋਂ, ਤੇ ਦੁਨੀਆ ਨੂੰ ਸਮਝ ਲੈ ਕਿ ਮਹਾ ਭਿਆਨ ਉਦਿਆਨ, ਇਹ ਦੁਨੀਆ ਵੱਡਾ ਭਿਆਨਕ ਉਜਾੜ ਬੀਆਬਾਨ ਹੈ। ਪਰ ਗਲਤੀ ਜੀਵ ਕੀ ਕਰਦਾ, ਇਸ ਉਜਾੜ ਦੁਨੀਆ ਨੂੰ ਨਗਰ ਕਰ ਮੰਨਿਆ, ਇਹਨੂੰ ਬੜੀ ਹੱਸਦੀ ਰਸਦੀ, ਬੜੀ ਸੱਚੀ ਇਸ ਨੂੰ ਜਾਣਦਾ। ਅਸਲੀਅਤ ਦੇ ਵਿੱਚ ਇਹ ਸੰਸਾਰ ਐਸਾ ਹੈ ਨਹੀਂ ਹੈ। ਇਹਨੂੰ ਵਿਦਵਾਨਾਂ ਨੇ ਜਾਂ ਗੁਰਬਾਣੀ ਨੇ ਮਿਥਿਆ ਸ਼ਬਦ ਦੇ ਨਾਲ ਸੰਬੋਧਨ ਕੀਤਾ, ਮਿਥਿਆ ਹੈ। ਮਿਥਿਆ ਦਾ ਭਾਵ ਇਹ ਹੁੰਦਾ ਜਿਹੜੀ ਵਸਤੂ ਹੋਵੇ ਨਾ ਪਰ ਭਾਸਦੀ ਹੋਵੇ, ਦਿਸੇ ਜ਼ਰੂਰ। ਜਿਵੇਂ ਹਨੇਰੇ ਦੇ ਕਾਰਨ ਥੋੜਾ ਹਨੇਰਾ ਹੋਵੇ, ਥੋੜਾ ਚਾਨਣਾ ਪੱਖ ਹੋਵੇ, ਤੇ ਪਈ ਹੋਈ ਰੱਸੀ ਵੀ ਜਿਹੜੀ ਉਹ ਵੀ ਸੱਪ ਨਜ਼ਰ ਆਉਂਦੀ ਵੀ ਇਹ ਸੱਪ ਹੀ ਪਿਆ ਹੈ। ਅਗਿਆਨਤਾ ਦਾ ਹਨੇਰਾ ਹੋਣ ਕਰਕੇ ਇਹ ਸੰਸਾਰ ਜਿਹੜਾ ਹੈ ਸੱਚਾ ਪ੍ਰਤੀਤ ਹੁੰਦਾ। ਜਿੱਦਾਂ ਮ੍ਰਿਗ ਤ੍ਰਿਸ਼ਨਾ ਨਾ, ਮਿਰਗ ਦੌੜਿਆ ਜਾਂਦਾ ਮਾਰੂ ਥਲ ਤੇ, ਸ਼ਾਇਦ ਪਾਣੀ ਦਾ ਅੱਗੇ ਤਲਾਬ ਹੈ, ਮੈਂ ਜਾ ਕੇ ਪਾਣੀ ਪੀ ਲਵਾਂ, ਜਦੋਂ ਉੱਥੇ ਪਹੁੰਚਦਾ ਤੇ ਉੱਥੇ ਪਾਣੀ ਨਹੀਂ ਹੁੰਦਾ। ਅਸੀਂ ਵੀ ਜਦੋਂ ਦੇਖਦੇ ਹਾਂ ਪੰਜਾਬ ਦੀ ਧਰਤੀ ਤੇ ਜਾਂ ਰਾਜਸਥਾਨ ਚਲੇ ਜਾਓ, ਆ ਗਰਮੀ ਆਉਣੀ ਹੁਣ ਤੇ ਇੱਦਾਂ ਲੱਗੇਗਾ ਜਿਵੇਂ ਆ 1 ਮੀਲ ਦੀ ਦੂਰੀ ਤੇ ਬਹੁਤ ਜ਼ਿਆਦਾ ਪਾਣੀ ਖੜਾ, ਰੋਡ ਤੇ ਵੀ ਇੱਦਾਂ ਲੱਗਣ ਲੱਗ ਪੈਂਦਾ। ਪਰ ਜਦੋਂ ਉਸ ਜਗ੍ਹਾ ਤੇ ਪਹੁੰਚੀਦਾ ਉੱਥੇ ਨਾ ਕੋਈ ਪਾਣੀ ਨਾ ਕੁਝ ਹੋਰ, ਉਹ ਫੇਰ ਅੱਗੇ ਨਿਗਾਹ ਮਾਰੀ ਦੀ, ਫੇਰ ਇੱਦਾਂ ਹੀ ਹੁੰਦਾ। ਇਹਨੂੰ ਮਿਰਗ ਤ੍ਰਿਸ਼ਨਾ ਕਹਿ ਦਿੰਦੇ ਨੇ। ਤੇ ਇਸ ਚੀਜ਼ ਨੂੰ ਮਿਥਿਆ ਕਹਿੰਦੇ ਨੇ। ਯਥਾਰਥ ਰੂਪ ਦੇ ਵਿੱਚ ਹੈ ਨਹੀਂ ਹੈ, ਪਰ ਦਿਸਦੀ ਪਈ ਹੈ। ਸੱਚ ਜਿਹੜਾ ਹੁੰਦਾ ਹੈ ਉਹ ਤੇ ਤਿੰਨੇ ਕਾਲ ਹੁੰਦਾ ਹੈ, ਉਹ ਕਦੇ ਖਤਮ ਨਹੀਂ ਹੁੰਦਾ। ਮਹਾਰਾਜ ਨੇ ਕਿਹਾ ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਤਾਂ ਹਰ ਵਕਤ ਹੀ ਬਣਿਆ ਰਹੇਗਾ। ਝੂਠ ਜਿਹੜਾ ਹੈ ਉਹ ਕਿਸੇ ਵਕਤ ਵੀ ਨਹੀਂ ਹੁੰਦਾ। ਝੂਠ ਦੀ ਪਛਾਣ ਕੀ, ਉਹ ਹੈ ਹੀ ਨਹੀਂ ਹੈ। ਮਿਥਿਆ ਸ਼ਬਦ ਜਿਹੜਾ ਉਹ ਝੂਠ ਤੋਂ ਕੁਝ ਵੱਖਰਾ ਹੈ। ਝੂਠ ਤੇ ਹੈ ਹੀ ਨਹੀਂ ਹੈ ਨਾ। ਮਿਥਿਆ ਦਾ ਭਾਵ ਹੈ ਜਿਹੜੀ ਚੀਜ਼ ਅੱਖਾਂ ਦੁਆਰਾ ਦਿਸਦਾ ਰਹੀ ਹੈ ਪਰ ਯਥਾਰਥ ਵਿੱਚ ਨਹੀਂ ਹੈ। ਗੁਰਬਾਣੀ ਜਾਂ ਹੋਰ ਵੀ ਜਿਹੜੇ ਸ਼ਾਸਤਰ ਇਹ ਕਹਿੰਦੇ ਨੇ ਕਿ ਸੰਸਾਰ ਦਿਸਦਾ ਜ਼ਰੂਰ ਹੈ ਪਰ ਅਸਲ ਵਿੱਚ ਨਹੀਂ ਹੈ। ਮਹਾਰਾਜ ਨੇ ਇਸ ਤਰ੍ਹਾਂ ਇਸ ਨੂੰ ਸਮਝਾ ਦਿੱਤਾ ਕਿ ਸੁਪਨੇ ਦੀ ਤਰ੍ਹਾਂ ਹੈ। ਜਿਵੇਂ ਅੱਖਾਂ ਦੇ ਵਿੱਚ ਰਾਤ ਨੂੰ ਨੀਂਦ ਆਉਣ ਤੋਂ ਬਾਅਦ ਅਸੀਂ ਕਿੱਥੇ ਚਲੇ ਜਾਂਦੇ, ਕਈ ਵਾਰੀ ਸੁਪਨਿਆਂ ਦੇ ਦੇਸ਼। ਰਾਜਾ ਬਣੇ ਹੁੰਦੇ ਆ, ਕਈ ਵਾਰੀ ਰਾਜਾ ਭਿਖਾਰੀ ਬਣ ਜਾਂਦਾ, ਭਿਖਾਰੀ ਰਾਜਾ ਬਣਿਆ ਹੁੰਦਾ। ਸੁਪਨੇ ਦੇ ਵਿੱਚ ਹੀ ਸਾਰੇ ਸੁੱਖ ਭੋਗ ਰਿਹਾ ਹੁੰਦਾ। ਅੱਛਾ, ਜਿੰਨਾ ਚਿਰ ਤੱਕ ਉਹ ਸੁਪਨਾ ਹੁੰਦਾ ਏ ਉਨਾ ਚਿਰ ਤੱਕ ਨਹੀਂ ਉਹ ਪ੍ਰਤੀਤ ਹੁੰਦਾ ਵੀ ਇਹ ਜਿਹੜੇ ਪਦਾਰਥ ਸੱਚੇ ਨੇ ਕਿ ਝੂਠੇ ਹਨ। ਉਨਾ ਚਿਰ ਉਹ ਸੱਚੇ ਹੀ ਲੱਗਦੇ ਨੇ। ਕਿਤੇ ਤੁਸੀਂ ਪਰਖ ਕੇ ਦੇਖ ਲਿਓ, ਸੁਪਨਾ ਆ ਰਿਹਾ ਹੈ, ਸੁਪਨੇ ਦੇ ਵਿੱਚ ਇਹ ਰੱਤੀ ਭਰ ਵੀ ਸਮਝ ਨਹੀਂ ਆਉਂਦੀ ਵੀ ਮੈਂ ਸੁਪਨੇ ਵਿੱਚ ਆ ਕਿ ਜਾਂ ਮੈਂ ਮੰਜੇ 'ਤੇ ਪਿਆ ਹੋਇਆ ਇੱਧਰ ਮੈਂ ਇਹ ਸੁਪਨੇ ਲੈ ਰਿਹਾ। ਸੁਪਨੇ ਦੇ ਵਿੱਚ ਆਪਣਾ ਹੀ ਪਰਿਵਾਰ, ਆਪਣੇ ਬੱਚੇ, ਕਈ ਕੁਝ ਵੱਧ ਜਾਂਦਾ, ਕਾਰਾਂ ਕੋਠੀਆਂ ਪਤਾ ਨਹੀਂ ਕਿੱਥੋਂ ਆ ਜਾਂਦੀਆਂ। ਇਹ ਸੰਸਾਰ ਨੂੰ ਵੀ ਮਹਾਰਾਜ ਨੇ ਸੁਪਨੇ ਦੀ ਤਰ੍ਹਾਂ ਆਖਿਆ ਹੈ। ਜੈਸਾ ਸੁਪਨਾ ਰਹਿਣ ਦਾ ਤੈਸਾ ਉਹ ਸੰਸਾਰ। ਜਿੱਦਾਂ ਰਾਤ ਦਾ ਸੁਪਨਾ ਹੈ ਉੱਦਾਂ ਦਾ ਹੀ ਇਹ ਸੰਸਾਰ ਹੈ। ਇਹ ਮਿਥਿਆ ਹੈ। ਇੱਥੇ ਗੁਰੂ ਸਾਹਿਬ ਕਹਿ ਰਹੇ ਇਹ ਦੁਨੀਆ ਨੂੰ ਤੂੰ ਹੇ ਜੀਵ ਇਸ ਤਰ੍ਹਾਂ ਮੰਨ ਜਿਵੇਂ ਇਹ ਬਹੁਤ ਉਜਾੜ ਹੈ, ਇਹਨੂੰ ਤੂੰ ਸੱਚਾ ਨਾ ਮੰਨ। ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਸੰਸਾਰ ਦੀ ਇਹ ਸਮਗਰੀ, ਇਹ ਸਭ ਕੁਝ ਝੂਠ ਹੈ, ਪਰ ਤੂੰ ਝੂਠ ਨੂੰ ਵੇਖ ਕਰਕੇ ਇਹਦੇ ਨਾਲ ਹੀ ਚਿੱਤ ਲਾ ਲਿਆ, ਇਹਨੂੰ ਸੱਚਾ ਸਮਝ ਲੈਣਾ ਕੀਤਾ। ਇਹ ਤਾਂ ਸੱਚ ਹੈ ਪਰ ਇਹ ਅਸਲ ਵਿੱਚ ਯਥਾਰਥ ਵਿੱਚ ਸੱਚ ਨਹੀਂ, ਇਹ ਮਿਥਿਆ ਹੈ। ਇਹ ਦੁਨੀਆ ਦੇ ਸੁੱਖ ਸਾਧਨ ਵੀ ਝੂਠ ਹਨ। ਕਾਮ ਕ੍ਰੋਧ ਅਹੰਕਾਰ ਫਿਰੈ ਦੀਵਾਨਿਆ। ਫਿਰ ਇਹ ਜੀਵ ਜਿੱਥੇ ਸੰਸਾਰ ਨੂੰ ਝੂਠੇ ਨੂੰ ਸੱਚਾ ਮੰਨੀ ਫਿਰਦਾ, ਉੱਥੇ ਇਹਦੇ ਵਿੱਚ ਕੁਝ ਦੋਸ਼ ਹੋਰ ਵੀ ਹਨ। ਉਹ ਕਿਹੜੇ ਦੋਸ਼ ਹਨ? ਕਾਮ ਕ੍ਰੋਧ ਹੰਕਾਰ। ਕਾਮ ਕ੍ਰੋਧ ਆਦਿਕ ਹੰਕਾਰ ਦੇ ਵਿੱਚ, ਵਿਸ਼ਿਆਂ ਦੇ ਵਿੱਚ ਹੰਕਾਰੀ ਹੋ ਕਰਕੇ ਦੀਵਾਨਾ ਮਸਤਾਨਾ ਪਾਗਲ ਹੋਇਆ ਫਿਰਦਾ ਹੈ, ਕਮਲਾ ਹੋਇਆ ਫਿਰਦਾ ਹੈ। ਦੁਨੀਆ ਦੇ ਵਿੱਚ ਹੰਕਾਰੀ ਹੋ ਕਰਕੇ ਵਿਸ਼ਿਆਂ ਦੇ ਕਾਮ ਕ੍ਰੋਧ ਆਦਿਕ ਵਿੱਚ ਪੈ ਕਰਕੇ
ਸਿਰ ਲਗਾ ਜਮ ਡੰਡ ਤਾਂ ਪਛਤਾਨਿਆ। ਫਿਰ ਇਹ ਸਮਝ ਕਦੋਂ ਆਉਂਦੀ ਹੈ ਕਿ ਇਹ ਦੁਨੀਆ ਸੁਪਨੇ ਵਰਗੀ, ਜਾਂ ਇਹ ਮਿਥਿਆ ਹੈ, ਜਾਂ ਇਹ ਝੂਠੀ ਹੈ, ਇਹ ਵਿਸ਼ੇ ਭੋਗ ਸੁਖ, ਇਹ ਪਦਾਰਥ ਸੱਚੇ ਨਹੀਂ ਹਨ? ਪਤਾ ਕਦੋਂ ਲੱਗਦਾ? ਸਮਝ ਉਦੋਂ ਲੱਗਦੀ ਸਾਧ ਸੰਗਤ ਜਦੋਂ ਸਾਨੂੰ ਸੁਪਨਾ ਆ ਰਿਹਾ ਹੋਵੇ। ਤੇ ਕਈ ਵਾਰੀ ਅਸੀਂ ਸੁਪਨੇ 'ਚ ਬਰੜਾਲ ਉੱਠਦੇ ਹਾਂ। ਸੁਪਨਾ ਰਿਹਾ ਹੁੰਦਾ ਤੇ ਕੋਈ ਸਾਡੇ ਲਾਗੇ ਕੋਲ ਬੈੱਡ ਤੇ ਪਿਆ ਹੋਵੇ, ਉਹ ਸਾਨੂੰ ਬਾਂਹ ਤੋਂ ਲਾਉਂਦਾ, ਕਿੱਧਰ ਫਿਰਦਾ, ਕੀ ਹੋ ਗਿਆ? ਕਈ ਵਾਰੀ ਰੋਣ ਲੱਗ ਪੈਂਦੇ ਬੰਦੇ ਉੱਠ ਉੱਠ ਕੇ, ਕਈ ਵਾਰੀ ਚਿੰਤਾ ਵਿੱਚ ਆ ਜਾਂਦੇ। ਕਿਉਂ ਆਉਂਦੇ? ਉਹ ਵੇਖਦੇ ਉਹ ਮੇਰਾ ਤੇ ਬੜਾ ਸਮਾਜ ਸੰਸਾਰ ਇਹ ਇੱਦਾਂ ਹੋ ਗਿਆ। ਪਰ ਜਦੋਂ ਇੱਧਰ ਦੇਖਦਾ ਫਿਰ ਉਹਨੂੰ ਹੈਰਾਨੀ ਹੁੰਦੀ ਹੈ। ਤੇ ਜਾਂ ਫਿਰ ਉਸ ਸੁਪਨੇ ਦੇ ਵਿੱਚੋਂ ਕੋਈ ਬਾਂਹ ਹਿਲਾ ਕੇ ਉਠਾ ਦੇਵੇ, ਤੇ ਜਾਂ ਜਦੋਂ ਸੁਪਨਾ ਟੁੱਟਦਾ ਹੈ ਉਦੋਂ ਸਮਝ ਆਉਂਦੀ ਹੈ। ਦੋ ਤਰੀਕੇ ਨੇ। ਇੱਧਰ ਸੰਸਾਰ ਦੀ ਖੇਡ ਹੈ। ਇਹ ਸੁਪਨਾ ਉਦੋਂ ਟੁੱਟਦਾ ਹੈ ਜਦੋਂ ਮੌਤ ਆ ਕੇ ਦਸਤਕ ਦਿੰਦੀ ਹੈ, ਉਸ ਤੋਂ ਪਹਿਲਾਂ। ਜਾਂ ਇਹਦਾ ਉਸ ਦਿਨ ਪਤਾ ਲੱਗੇਗਾ ਜਦੋਂ ਗੁਰੂ ਕਾ ਸਿੱਖ ਮਹਾਰਾਜ ਨੂੰ ਬੇਨਤੀ ਕਰੇ ਕਿ ਮਹਾਰਾਜ ਮੈਨੂੰ ਇਸ ਸੁਪਨੇ ਦੀ ਦੁਨੀਆ ਵਿੱਚੋਂ ਕੱਢੋ, ਮੈਨੂੰ ਸੱਚ ਦੇ ਨਾਲ ਜੋੜ ਦਿਓ। ਗੁਰੂ ਸਾਹਿਬ ਉਹਨੂੰ ਬਾਂਹ ਤੋਂ ਫੜ ਕੇ ਹਲੂਣਾ ਦੇ ਕੇ ਆਖਣ ਕਿ ਗੁਰਸਿੱਖਾ ਨਹੀਂ, ਇਹ ਤੂੰ ਝੂਠੀ ਦੁਨੀਆ ਵਿੱਚ ਫਿਰ ਰਿਹਾ, ਇੱਧਰ ਸੱਚ ਤਾਂ ਕੁਝ ਹੋਰ ਹੈ। ਜਾਂ ਗੁਰੂ ਸਾਹਿਬ ਕਿਰਪਾ ਕਰਦੇ। ਉਧਰ ਰਾਤ ਦਾ ਸੁਪਨਾ, ਨੀਂਦ ਵਾਲਾ ਸੁਪਨਾ, ਜਾਂ ਤਾਂ ਟੁੱਟ ਜਾਵੇ, ਜਾਗ ਖੁੱਲ੍ਹ ਜਾਏ, ਫਿਰ ਪਤਾ ਲੱਗਦਾ। ਤੇ ਜਾਂ ਕੋਈ ਬੈਠਾ ਕੋਲ ਬਾਂਹ ਤੋਂ ਹਲੂਣਾ ਦੇਵੇ, ਪਕੜ ਕੇ ਆਖੇ ਕਿੱਧਰ ਫਿਰਦਾ ਤੂੰ। ਇੱਧਰ ਦੇ ਸੁਪਨੇ ਨੂੰ ਜਾਂ ਤਾਂ ਮੌਤ ਤੋੜੇਗੀ, ਤੇ ਜਾਂ ਫਿਰ ਗੁਰੂ ਸਤਿਗੁਰੂ ਇਹ ਸੁਪਨੇ ਤੋਂ ਸਾਨੂੰ ਜੋ ਯਥਾਰਥ ਦੇ ਵਿੱਚ ਲਿਆਉਣ ਵਾਸਤੇ ਇਹ ਉਪਦੇਸ਼ ਇਸੇ ਵਾਸਤੇ ਹੀ ਹੈ ਕਿ ਤੁਸੀਂ ਸੁਪਨੇ ਵਿੱਚ ਹੋ, ਸੁਪਨੇ ਦੇ ਵਿੱਚ ਤੁਰੇ ਫਿਰਦੇ ਹੋ, ਤੁਸੀਂ ਸੱਚ ਦੇ ਨਾਲ ਜੁੜੋ, ਪਰਮੇਸ਼ਰ ਦਾ ਨਾਮ ਜਪੋ। ਮਹਾਰਾਜ ਕਹਿੰਦੇ ਇਹ ਵਾਹਿਗੁਰੂ, ਇਹ ਦੁਨੀਆ ਦੇ ਵਿੱਚੋਂ ਤੁਸੀਂ ਸਾਨੂੰ ਕੱਢ ਲੈਣਾ ਕਰੋ, ਸੰਸਾਰ ਦੇ ਸੁਪਨੇ ਦੇ ਵਿੱਚੋਂ ਕਿਰਪਾ ਕਰੋ। ਇਹ ਸੁਪਨੇ ਦੀ ਗਿਆਤ ਸਮਝ ਪੈ ਜਾਵੇ ਸਾਨੂੰ। ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ। ਇਹਨੂੰ ਸਮਝ ਉਦੋਂ ਆਉਂਦੀ ਜਦੋਂ ਜਮਾਂ ਦਾ ਡੰਡਾ ਇਹਦੇ ਸਜ਼ਾ ਦਾ ਇਹਦੇ ਸਿਰ ਵਿੱਚ ਪੈਂਦਾ ਹੈ। ਜਮ ਫਿਰ ਲਿਹਾਜ਼ ਨਹੀਂ ਕਰਦੇ। ਉਹ ਕਹਿੰਦੇ ਕਿੱਥੇ ਸੁਪਨੇ ਦੀ ਦੁਨੀਆ ਵਿੱਚ ਰਹਿ ਕੇ ਆਪਣਾ ਅਮੋਲਕ ਜੀਵਨ ਬਰਬਾਦ ਕਰ ਲਿਆ, ਪਰਮੇਸ਼ਰ ਦਾ ਨਾਮ ਹੀ ਨਹੀਂ ਜਪਿਆ ਤੂੰ। ਮਹਾਰਾਜ ਕਹਿੰਦੇ ਨੇ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਪਰਮੇਸ਼ਰ ਤੋਂ ਬਿਨਾਂ, ਸਤਿਗੁਰੂ ਤੋਂ ਬਿਨਾਂ ਸਾਧ ਸਮਝੀਏ ਜੀਵ ਜਿਹੜਾ ਹੈ ਸ਼ੈਤਾਨਿਆ ਨਾਮ ਹੈ, ਭੂਤ ਦਾ, ਭੂਤਨੇ ਦਾ, ਅਵਗਤ ਹੀ ਤੁਰਿਆ ਫਿਰਦਾ ਹੈ। ਜਿਹਨੇ ਗੁਰੂ ਨਹੀਂ ਧਾਰਨ ਕੀਤਾ ਉਹਦੀ ਮੁਕਤੀ ਨਹੀਂ ਹੋ ਸਕਦੀ। ਪੂਰੇ ਸਤਿਗੁਰੂ ਤੋਂ ਬਿਨਾਂ ਜੀਵ ਦੀ ਹਾਲਤ ਮਹਾਰਾਜ ਕਹਿੰਦੇ ਇੱਕ ਸ਼ੈਤਾਨ ਦੀ ਤਰ੍ਹਾਂ ਹੈ, ਭੂਤ ਦੀ ਤਰ੍ਹਾਂ ਹੈ। ਸਤਿਗੁਰੂ ਮਹਾਰਾਜ ਦੇ ਅੱਜ ਆਪਾਂ ਉਪਦੇਸ਼ ਨੂੰ ਸਰਵਣ ਕੀਤਾ। ਸਤਿਗੁਰੂ ਕਹਿੰਦੇ ਨੇ ਗੁਰੂ ਕੇ ਸਿੱਖਾ ਗੁਰੂ ਵਾਲਾ ਬਣ, ਗੁਰੂ ਧਾਰਨ ਕਰਕੇ ਨਾਮ ਦੀ ਕਮਾਈ ਕਰ, ਔਰ ਸਮਝ ਜਾ ਕਿ ਆ ਜਿਹੜੀ ਦੁਨੀਆ ਹੈ ਇਹ ਜੋ ਅੱਖਾਂ ਨਾਲ ਦਿਸ ਰਹੀ ਹੈ ਮਿਥਿਆ ਬਣਾ ਹੈ, ਇਹ ਸੱਚ ਜਾਂ ਯਥਾਰਥ ਨਹੀਂ ਹੈ। ਇਹ ਸਤਿਗੁਰੂ ਦਾ ਅੱਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਪਦੇਸ਼ ਹੈ। ਗੁਰੂ ਕੀ ਗੁਰਸਿੱਖੋ ਗੁਰਬਾਣੀ ਪੜ੍ਹਿਆ ਕਰੋ। ਇਹ ਸਮੁੱਚੀ ਗੁਰਬਾਣੀ ਦੇ ਵਿੱਚ ਹੀ ਐਸੇ ਮਹਾਰਾਜ ਨੇ ਪਦਾਰਥ ਪਾਏ ਹੋਏ ਨੇ। ਇਹਦੇ ਵਿੱਚ ਹੀ ਵਿਰਾਗ ਹੈ, ਇਹਦੇ ਵਿੱਚ ਹੀ ਪ੍ਰੇਮ, ਇਹਦੇ ਵਿੱਚ ਹੀ ਭਗਤੀ, ਇਹਦੇ ਵਿੱਚ ਹੀ ਮੁਕਤੀ। ਸਭ ਪਦਾਰਥ, ਸਭ ਦਾਤਾਂ ਇਸੇ ਵਿੱਚ ਹੀ ਹਨ। ਗੁਰਬਾਣੀ ਤੋਂ ਹੀ ਗੁਰਸਿੱਖ ਨੂੰ ਸਮਝ ਆਵੇਗੀ। ਗੁਰਬਾਣੀ ਪੜ੍ਹਦੇ ਰਵਾਂਗੇ ਤਾਂ ਸੱਚ ਸਰੂਪ ਪਰਮੇਸ਼ਰ ਨਾਲ ਜੁੜੇ ਰਵਾਂਗੇ। ਦੁਨੀਆ ਦੇ ਨਾਲੋਂ ਪਕੜ ਘਟਦੀ ਜਾਏਗੀ। ਕਰਤਾਰ ਪੁਰਖ ਨਾਲ, ਉਸ ਵਾਹਿਗੁਰੂ ਨਾਲ ਸਾਡੀ ਪਕੜ ਬਣਦੀ ਜਾਏਗੀ। ਇਹ ਅੱਜ ਦਾ ਪਾਵਨ ਉਪਦੇਸ਼ ਸਤਿਗੁਰੂ ਸਾਡੇ ਹਿਰਦੇ ਵਿੱਚ ਵਸਾਉਣ। ਬੜਾ ਕਠਿਨ, ਬੜਾ ਔਖਾ ਖੇਡ ਹੈ। ਗੁਰੂ ਦੀ ਕਿਰਪਾ ਨਾਲ ਹੀ ਇਹ ਦਾਤ ਸੇਵਕ ਨੂੰ ਪ੍ਰਾਪਤ ਹੁੰਦੀ ਹੈ। ਐਸੀ ਹੋਈ ਭੁੱਲ ਚੁੱਕ ਦੀ ਖਿਮਾ ਕਰਨੀ। ਸਤਿਗੁਰੂ ਕੀ ਸੰਗਤ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਬਖਸ਼ਿੰਦ ਹਨ ਬਖਸ਼ ਲੈਣਾ। ਅਗਾਹਾਂ ਤੋਂ ਸਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਲੇਖੈ ਕਤਹਿ ਨਾ ਛੂਟੀਐ ਖਿਨ ਖਿਨ ਭੂਲਣ ਹਾਰ। ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਫਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਬਿਨ ਪੂਰੇ ਗੁਰਦੇਵ